ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਇਸ ਬਿਧ ਸਮੋ ਬਿਤਾਏ। ਭਰਿਓ ਮਹਾਬਲ ਦੇਹ ਮਹਿ ਦੀਰਘ ਢੀਲ ਸੁਹਾਏ। ਸ਼੍ਰੀ ਗੁਰੂ ਹਰਗੋਬਿੰਦ ਜੀ ਇਸ ਬਿਧ ਸਮੋ ਬਿਤਾਏ। ਭਰਿਓ ਮਹਾਬਲ ਦੇਹ ਮਹਿ ਦੀਰਘ ਢੀਲ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ। ਦੀਨ ਦਿਆਲ ਮਾਧੋ ਦਇਆ ਮਿਹਰਾਮਤਾ ਕਿਰਪਾ ਮਇਆ ਦੇ ਖਜ਼ਾਨੇ। ਨੇਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ
ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਦੀ ਮਹਾਨ ਕਿਰਪਾ ਸਦਕਾ ਨਿਤਾ ਦੀ ਤਰ੍ਹਾਂ ਸੰਧਿਆ ਦੇ ਦੀਵਾਨ ਅੰਦਰ ਸਜ ਕਰਕੇ ਪਾਵਨ ਪਵਿੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਘਰ ਦਰ ਦੀ ਸ਼ੋਭਾ ਸਿਫਤ ਸਲਾਘਾ ਸ਼ਰਵਣ ਕਰਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਲੜੀਵਾਰ ਰੂਪ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਸ਼ਰਵਣ ਕਰ ਰਹੇ ਹਾਂ। ਸਭ ਤੇ ਉਤਮ ਹਰ ਕੀ ਕਥਾ, ਹਰ ਹਰ ਕਥਾ ਨਿਰਾਲੀ। ਐਸੀ ਉਜਲ ਕਥਾ ਦਾ ਜਥਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬੇਅੰਤ ਵੀਰ ਰਸੀ ਸਰੂਪ ਕਾਵ ਰਚਨਾ ਦੁਆਰਾ ਸਾਨੂੰ ਸ਼ਰਵਣ ਕਰਵਾਇਆ ਹੈ, ਔਰ ਨਾਲ ਨਾਲ ਸਤਿਗੁਰਾਂ ਦਾ ਜੋ ਨਾਮ ਹੈ ਗੁਰੂ ਗਰੀਬ ਨਵਾਜ, ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਹਨ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਕਿ ਕੇਵਲ ਗੁਰੂ ਹਰਗੋਬਿੰਦ ਸਾਹਿਬ ਜੀ ਨਾਮ ਦੇ ਗਰੀਬ ਨਵਾਜ ਨਹੀਂ, ਕਰਨੀ ਦੇ ਵੀ ਗਰੀਬ ਨਵਾਜ ਹਨ, ਜਿਨ੍ਹਾਂ ਨੂੰ ਕੋਈ ਨੀਚਾਂ ਅੰਦਰ ਨੀਚ ਜਾਤ ਸਨ, ਮੂੰਹ ਨਹੀਂ ਸੀ ਲਾਉਂਦਾ, ਸੰਸਾਰ ਵਿੱਚ ਦੁਰਕਾਰਿਆ ਫਿਟਕਾਰਿਆ ਜਾਂਦਾ ਹੈ। ਦੱਬੇ ਕੁਚਲੇ ਮਜ਼ਲੂਮ ਲੋਕਾਂ ਨੂੰ ਸੱਚੇ ਪਾਤਸ਼ਾਹ ਦੀਆਂ ਮਾਣ ਸਤਿਕਾਰ ਬਖਸ਼ਿਆ, ਗਲ ਨਾਲ ਲਾਇਆ। ਉਹ ਜਿਵੇਂ ਉਹ ਦੁਆਬੇ ਮਾਲਵੇ ਤੋਂ ਇਲਾਵਾ ਮਾਝੇ ਅਤੇ ਹੋਰ ਦੇਸ਼ਾਂ ਦੇਸ਼ਾਂਤਰਾਂ ਦੇ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਣ ਆਏ। ਮਹਾਰਾਜ ਨੇ ਉਹਨਾਂ ਨੂੰ ਘੋੜੇ, ਜੋੜੇ, ਸ਼ਾਸਤਰ ਅਤੇ ਬਸਤਰਾਂ ਦੇ ਨਾਲ ਨਿਵਾਜਿਆ, ਤਨਖਾਹਾਂ ਦਿੱਤੀਆਂ, ਸ਼ਾਸਤਰ ਦਾ ਅਭਿਆਸ ਕਰਵਾਇਆ, ਕੀੜਾ ਥਾਪ ਦੇ ਪਾਤਸ਼ਾਹੀ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਅਤੇ ਗਰੀਬ ਨਵਾਜ ਵਾਲਾ ਬਿਰਦ ਸੰਭਾਲਿਆ ਹੈ। ਉਹ ਪ੍ਰਸੰਗ ਆਪਾਂ ਕੱਲ੍ਹ ਸ਼ਰਵਣ ਕੀਤਾ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੈਸੇ ਸਨ, ਉਹ ਆਪਾਂ ਬੜੀ ਵਾਰ ਸ਼ਰਵਣ ਕੀਤਾ ਹੈ। ਜਿਨ੍ਹਾਂ ਦਾ ਸਰੀਰ ਬੜਾ ਭਾਰੀ ਡੀਲ ਡੌਲ ਹੈ, ਚੰਗਾ ਕੱਦ ਕਾਠ ਹੈ, ਆਪਣੀ ਉਮਰ ਨਾਲੋਂ ਵਧੀਕ ਕੱਦ ਕਾਠ ਦੇ ਹਨ। ਅਤੇ ਉਹ ਸਮੇਂ ਦਾ ਕੋਈ ਵੀ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੇਚ ਦਾ ਨਹੀਂ, ਸਭ ਤੋਂ ਸਵਾ ਸਵਾ ਗਿੱਠ ਉੱਚੇ ਹੈ। ਸੁੰਦਰ ਸਰੂਪ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਤੱਕਦਾ ਹੀ ਰਹਿ ਜਾਂਦਾ ਹੈ। ਬੇਅੰਤ ਸ਼ੋਭਾ ਸਾਰੇ ਜਗ ਸੰਸਾਰ ਵਿੱਚ ਛਾ ਰਹੀ ਹੈ। ਬੜੇ ਸਿੱਖ ਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹੀ ਹੈ, ਗੈਰ ਸਿੱਖ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਇਹ ਸੁਣ ਕੇ ਆ ਰਹੇ ਵੀ ਸੁਣਿਆ ਹੈ ਵੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਥੋੜ੍ਹੀ ਉਮਰ ਵਿੱਚ ਬਹੁਤ ਵੱਡੇ ਸਰੀਰ ਦੇ ਹੈ, ਬਹੁਤ ਵੱਡੇ ਬਲ ਵਾਲੇ ਹਨ। ਇਹ ਸੁਣ ਕੇ ਇਕੱਲਾ ਵੇਖਣ ਵਾਸਤੇ ਮਹਾਰਾਜ ਨੂੰ ਗੈਰ ਸਿੱਖ ਵੀ ਪਹੁੰਚਦੇ ਹੈ। ਅਤੇ ਦਰਸ਼ਨ ਮਹਾਰਾਜ ਦੇ ਇਹੋ ਜਿਹੇ ਹੈ, ਜਿਹੜਾ ਦੇਖ ਲੈਂਦਾ ਹੈ ਪਾਤਸ਼ਾਹ ਨੂੰ, ਉਹ ਹਿਰਦੇ ਕਰਕੇ ਇੰਨਾ ਪ੍ਰਸੰਨ ਹੁੰਦਾ ਹੈ ਕਿ ਮੁੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੋਗਾ ਹੀ ਰਹਿ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਬੜੀ ਦਇਆ ਕਰਦੇ ਹੈ ਸਾਰਿਆਂ 'ਤੇ, ਬਹੁਤ ਮਿਹਰ ਕਰ ਰਹੇ ਹੈ। ਗਰੀਬਾਂ ਨੂੰ ਸੱਚੀ ਨਵਾਜਣਾ ਕੀਤਾ ਹੈ ਪਾਤਸ਼ਾਹ ਨੇ, ਮਿਹਰ ਕਰ ਕਰਕੇ ਸਭ ਨੂੰ ਦਇਆ ਕਰਦੇ ਆ। ਅਤੇ ਬੜੀ ਮਿਹਰ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਨੇ, ਨਵਾਜ ਕੇ ਘਰਾਂ ਦੀ ਗਰੀਬੀ ਜਿੱਥੇ ਕੱਢੀ ਸੱਚੇ ਪਾਤਸ਼ਾਹ ਮਹਾਰਾਜ ਨੇ, ਉੱਥੇ ਸਤਿਗੁਰਾਂ ਨੇ ਗਰੀਬ ਨਵਾਜ ਵਾਲਾ ਬਿਰਦ ਵੀ ਸੰਭਾਲ ਲਿਆ। ਅਤੇ ਇਸੇ ਤਰ੍ਹਾਂ
ਉਹ ਫਿਰ ਕਵੀ ਜੀਆਂ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਜਿਵੇਂ ਸਰੀਰ ਕਰਕੇ ਵੱਧਦੇ ਜਾਂਦੇ, ਆਏ ਸਾਲ ਮਹਾਰਾਜ ਨੂੰ ਧਨੁਸ਼ ਨਵਾਂ ਬਣਾ ਕੇ ਦਿੰਦੇ ਕਾਰੀਗਰ। ਖਪਰੇ ਤੀਰਾਂ ਦੇ ਬੜੇ ਸ਼ੌਕੀਨ ਸਨ, ਅਤੇ ਜਿੱਥੇ ਕੋਈ ਲਕਸ਼ ਨਿਸ਼ਾਨਾ ਦੂਰ ਰੱਖ ਕੇ ਚਲਾਉਂਦੇ, ਜਾਂ ਕਮਾਨ ਦੇ ਵਿੱਚ ਪਿਆ ਤੀਰ ਦਿਸਦਾ ਅਤੇ ਜਾਂ ਨਿਸ਼ਾਨੇ 'ਤੇ ਲੱਗਿਆ, ਉਹ ਜਿੰਨਾ ਸਮਾਂ ਤੀਰ ਗਤੀ ਕਰਦਾ ਸੀ ਉਹਨਾਂ ਸਮਾਂ ਉਹ ਕਿਸੇ ਨੂੰ ਦਿਸਦਾ ਨਹੀਂ। ਤੋ ਮਹਾਰਾਜ ਦੇ ਨਾਲ ਦੇ ਜਿਹੜੇ ਸੰਗੀ ਸਾਥੀ ਸੂਰਮੇ ਹੈ, ਉਹ ਆਪਸ ਵਿੱਚ ਬਚਨ ਵਿਲਾਸ ਕਰਦੇ ਆ ਵੀ ਮਹਾਰਾਜ ਅਜੇ ਵੀਰ ਰਸ ਵਿੱਚ ਨਹੀਂ ਆਏ ਕਦੇ ਵੇਖੇ, ਅਜੇ ਜੰਗ ਯੁੱਧ ਦਾ ਅਭਿਆਸ ਕਰਦੇ ਆ, ਇੰਨੀ ਤਾਕਤ ਬਲ ਵਿਖਾ ਰਹੇ, ਬਲ ਲਾਉਂਦੇ ਆ। ਜਦੋਂ ਵੀਰ ਰਸ ਵਿੱਚ ਜੰਗ ਦੇ ਮੈਦਾਨ ਵਿੱਚ ਜਾਣਗੇ ਅਤੇ ਜਿਹੜੇ ਦੁਸ਼ਮਣ ਇਹਨਾਂ ਦੇ ਸਾਹਮਣੇ ਖੜ੍ਹੇ ਹੋਣਗੇ ਉਹਨਾਂ ਦਾ ਕੀ ਬਣੇਗਾ। ਕਿਹੜੀ ਮਾਂ ਨੇ ਇਹੋ ਜਿਹਾ ਪੁੱਤ ਜੰਮ ਦਿੱਤਾ ਧਰਤੀ ਉੱਪਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਪੈਰ ਜਮਾ ਕਰਕੇ ਜੰਗ ਦੇ ਮੈਦਾਨ 'ਚ ਖੜ੍ਹ ਪਾਏ। ਇਸ ਤਰ੍ਹਾਂ ਦੇ ਬੜੇ ਸਿੱਖ ਜਿਹੜੇ ਵੈ ਉਹ ਸੋਹਣੇ ਅੰਦਾਜ਼ੇ ਲਾਉਂਦੇ ਆ, ਗੁਰੂ ਹਰਗੋਬਿੰਦ ਸਾਹਿਬ ਦੀ ਸ਼ੋਭਾ ਸਿਫਤ ਕਰਦੇ ਆ। ਤੋ ਅੱਗੇ ਜਿਵੇਂ ਸਾਧ ਸੰਗਤ ਜੀ ਫਿਰ ਮਹਾਰਾਜ ਦਾ ਜਾਹੋ ਜਲਾਲ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਰਿਹਾ ਹੈ, ਇਸੇ ਤਰ੍ਹਾਂ ਪਾਤਸ਼ਾਹ ਮਹਾਰਾਜ ਦੀ ਸ਼ੋਭਾ ਸੁਣ ਕੇ ਚੰਦੂ ਡਰਿਆ, ਭੈ ਮੰਨਿਆ ਚੰਦੂ ਨੇ। ਆਪਣੀ ਪਤਨੀ ਦੀ ਸਲਾਹ ਦੇ ਨਾਲ ਫਿਰ ਇਹਨੇ ਮਹਾਰਾਜ ਦੇ ਘਰ ਰਿਸ਼ਤਾ ਭੇਜਿਆ। ਉਹ ਪ੍ਰਸੰਗ ਆਪਾਂ ਅੱਜ ਸ਼ਰਵਣ ਕਰਾਂਗੇ। ਚਿੱਤ ਬਿਰਤੀ ਨੂੰ ਇਕਾਗਰ ਕਰੀਏ ਜੀ। ਬੰਦੀ ਛੋੜ ਦਾਤਾ ਗੁਰੂ ਗਰੀਬ ਨਵਾਜ ਆਜਾਨ ਬਾਹੋ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ। ਤੋ ਕਵੀ ਰਾਜ ਦੱਸਦੇ ਲਿਖਦੇ ਇੱਥੇ 46 ਅੰਸੂ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ੋਭਾ ਕਰਦੇ ਹੋਏ ਇਸ ਬਿਦ ਸਮੋ ਬਿਤਾਏ ਕਿ ਪਾਤਸ਼ਾਹ ਮਹਾਰਾਜ ਜੰਗ ਯੁੱਧ ਦਾ ਅਭਿਆਸ ਕਰਦਿਆਂ ਹੋਇਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਮਾਂ ਬਤੀਤ ਕਰ ਰਹੇ ਹਨ। ਭਰਿਓ ਮਹਾਬਲ ਦੇਹ ਮਹਿ ਜਿਨ੍ਹਾਂ ਦੇ ਸਰੀਰ ਵਿੱਚ ਮਹਾਨ ਬਲ ਤਾਕਤ ਭਰੀ ਹੋਈ ਹੈ, ਦੀਰਘ ਡੀਲ ਸੁਹਾਏ ਤੇ ਸਰੀਰ ਵੀ ਬੜਾ ਖੁੱਲ੍ਹਾ ਡੁੱਲਾ ਡੀਲ ਡੌਲ ਹੈ, ਬਹੁਤ ਸ਼ੋਭਾ ਪੈਂਦੀ ਹੈ, ਸਰੂਪ ਬੜਾ ਸੁਨੱਖਾ ਹੈ। ਚੌਪਈ ਉਤ ਚੰਦੂ ਕੀ ਸੁਣੋ ਕਹਾਣੀ। ਤੋ ਕਵੀ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਸੰਗ ਤੁਹਾਨੂੰ ਕੁਝ ਦਿਨਾਂ ਤੋਂ ਸੁਣਾ ਦਿੱਤੇ ਹੈ। ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਸਿੱਖ ਅੰਮ੍ਰਿਤਸਰ ਸਾਹਿਬ ਆ ਗਏ 5 ਸਿੱਖ, ਅਤੇ ਚੰਦੂ ਦੀ ਕਥਾ ਉੱਥੋਂ ਫਿਰ ਕਵੀ ਜੀ ਕਹਿੰਦੇ ਆਪਾਂ ਆਰੰਭ ਕਰਦੇ ਹਾਂ ਵੀ ਚੰਦੂ ਨੇ ਉਹਨਾਂ ਦਿਨਾਂ 'ਚ ਫਿਰ ਮਗਰੋਂ ਕੀ ਕੀਤਾ। ਚੰਦੂ ਦੀ ਤੁਸੀਂ ਹੁਣ ਕਹਾਣੀ ਸੁਣਨਾ ਕਰੋ। ਮਹਾਪਾਤ ਕੀ ਮਤ ਉਰਹਾਨੀ। ਕਹਿੰਦੇ ਮਤ ਦਾ ਬੜਾ ਮਾਨੀ ਹੰਕਾਰੀ ਜਿਹਦੀ ਮਤ ਮਾਰੀ ਹੋਈ ਹੈ ਚੰਦੂ, ਬੜੇ ਪਾਪ ਕਰਨ ਵਾਲਾ ਪਾਪੀ ਪੁਰਖ। ਸ਼੍ਰੀ ਅਰਜਨ ਘਰ ਤਜਿਓ ਸਰੀਰ। ਇਸ ਪਾਪੀ ਦੇ ਘਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਰੀਰ ਤਿਆਗ ਦਿੱਤਾ। ਸ਼ਹਾਦਤ ਚੰਦੂ ਪਾਪੀ ਦੇ ਘਰ ਦਿੱਤੀ ਹੈ। ਦੇ ਕਰ ਦੋਸ਼ ਮੂੜ ਸਿਰ ਤੀਰ। ਕਿਉਂਕਿ ਮਹਾਰਾਜ ਨੇ ਪਾਪੀ ਦੇ ਉੱਪਰ ਸਿਰ ਦੋਸ਼ ਦਿੱਤਾ ਵੀ ਜਿਹੜਾ ਸਾਡੀ ਸ਼ਹੀਦੀ ਦਾ ਦੋਸ਼ ਹੈ ਨਾ, ਉਹ ਇਸ ਚੰਦੂ ਪਾਪੀ ਦੇ ਸਿਰ ਲੱਗੇ। ਮਹਾਰਾਜ ਨੇ ਪਾਪੀ ਚੰਦੂ ਦੇ ਸਿਰ ਇਹ ਸਾਰਾ ਸ਼ਹੀਦੀ ਦਾ ਮਹਾਰਾਜ ਨੂੰ ਤਸੀਹੇ ਦਿੱਤੇ ਜਾਣ ਦਾ ਦੋਸ਼ ਮੜ ਦਿੱਤਾ। ਧੀਰਜ ਧਾਰੀ ਸਤਿਗੁਰਾਂ ਨੇ। ਉਰ ਮਹਿ ਡਰਪਤ ਦੁਸ਼ਟ ਮਹਾਨ। ਤੇ ਜਦੋਂ ਹੁਣ ਸਾਰੇ ਨਾਂ ਹੀ ਚੰਦੂ ਦਾ ਲੈਂਦੇ ਆ, ਲਾਹੌਰ ਤਾਂ ਗੱਲ ਪ੍ਰਗਟ ਹੀ ਹੋ ਗਈ ਨਾ ਵੀ ਚੰਦੂ ਨੇ ਮਹਾਰਾਜ ਨੂੰ ਸ਼ਹੀਦ ਕੀਤਾ। ਜਦੋਂ ਸਭ ਪਾਸੇ ਜਦੋਂ ਚੰਦੂ ਘਰ ਚੋਂ ਨਿਕਲਦਾ ਹੈ, ਚਾਹੇ ਡਰਦੇ ਆ ਕੋਈ ਨਹੀਂ ਡਰਦੇ, ਫਿਰ ਵੀ ਮਾੜੀ ਮੋਟੀ ਕਣਸੋ ਚੰਦੂ ਕੋਲ ਆਉਂਦੀ ਹੈ। ਦੱਸਦੇ ਆ ਚੰਦੂ ਦੇ ਸੂਈਏ ਆ ਕੇ ਵੀ ਚੰਦੂ ਤੇਰਾ ਨਾਮ ਲੈਂਦਾ, ਬੱਚਾ ਬੱਚਾ ਤੇਰਾ ਨਾਮ ਲੈਂਦਾ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਬੇਦੋਸ਼ੀਆਂ ਨੂੰ, ਸ਼ਾਂਤੀ ਦੇ ਪੁੰਜ ਸਤਿਗੁਰਾਂ ਨੂੰ ਇਸੇ ਹੀ ਚੰਦੂ ਨੇ ਸ਼ਹੀਦ ਕੀਤਾ। ਅਤੇ ਚੰਦੂ ਜਦੋਂ ਫਿਰ ਐਂ ਸੁਣਦਾ ਹੈ ਅਤੇ ਮਨ ਵਿੱਚ ਬੜਾ ਡਰ ਗਿਆ, ਕਿਉਂਕਿ ਸਾਰੇ ਭਾਰਤ ਵਿੱਚ ਵਿਸ਼ੇਸ਼ ਕਰਕੇ ਸਿੱਖ ਜਗਤ ਪੰਜਾਬ ਦੇ ਵਿੱਚ
ਚੰਦੂ ਦਾ ਭਾਰੀ ਵਿਰੋਧ ਹੋਣ ਲੱਗਿਆ ਹੈ। ਇਮ ਨਹਿ ਬਿਦਤਹਿ ਬੀਚ ਜਹਾਨ। ਤੇ ਮਨ 'ਚ ਸੋਚਦਾ ਵੀ ਇਹ ਗੱਲ ਪ੍ਰਗਟ ਨਹੀਂ ਹੋਣੀ ਚਾਹੀਦੀ, ਵੀ ਇਹ ਗੱਲ ਜਿਵੇਂ ਕਿਵੇਂ ਦੱਬੀ ਰਹਿ ਜਾਵੇ, ਵੀ ਚੰਦੂ ਦਾ ਕੋਈ ਦੋਸ਼ ਨਹੀਂ, ਮੇਰਾ ਨਾਂ ਨਾ ਆਵੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਵਿੱਚ, ਕਿਉਂਕਿ ਇਹਨੇ ਪਾਤਸ਼ਾਹ ਨੂੰ ਸਾਧ ਸੰਗਤ ਜੀ ਚੋਰੀ ਸ਼ਹੀਦ ਕੀਤਾ ਸੀ ਘਰ ਵਿੱਚ, ਤਾਂ ਹੀ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਨਾ, ਤੇ ਰਾਤ ਨੂੰ ਮਹਾਰਾਜ ਨੂੰ ਘਰ ਲੈ ਕੇ ਗਿਆ ਸੀ। ਤੋ ਇਹ ਚਾਹੁੰਦਾ ਸੀ ਵੀ ਮੇਰਾ ਨਾਂ ਨਾ ਆਵੇ, ਮਨ ਵਿੱਚ ਸੋਚਦਾ ਹੈ। ਸ਼੍ਰੀ ਸਤਿਗੁਰ ਚੰਦੂ ਨੈ ਮਾਰੇ। ਵੀ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ ਵੀ ਸੁਭਾਏਮਾਨ ਗੁਰੂ ਅਰਜਨ ਦੇਵ ਨੂੰ ਚੰਦੂ ਨੇ ਮਾਰਿਆ ਹੈ, ਸ਼ਹੀਦ ਕੀਤਾ ਹੈ। ਛਪੀ ਰਹਿ ਨਹਿ ਹੋਏ ਉਘਾਰੇ। ਮੈਂ ਕੀ ਕਰਾਂ ਵੀ ਇਹ ਗੱਲ ਪਤਾ ਨਾ ਕਿਸੇ ਨੂੰ ਲੱਗੇ, ਇਹ ਗੱਲ ਛੁਪੀ ਰਵੇ, ਨੱਪੀ ਰਵੇ, ਬਾਦਸ਼ਾਹ ਤੱਕ ਵੀ ਨਾ ਜਾਵੇ। ਨੁਖਾ ਜਾਰ ਤਤ ਛਿਨ ਮਗ ਭਰਿਓ। ਇਧਰ ਦੀ ਨੂੰਹ ਜਿਹੜੀ ਚੜਾਈ ਕਰ ਗਈ ਸੀ ਸਤਿਗੁਰਾਂ ਦੇ ਪ੍ਰੇਮ ਦੇ ਅੰਦਰ, ਸ਼ਰਧਾ ਅੰਦਰ, ਤੋ ਉਹਦਾ ਅੰਤਮ ਸੰਸਕਾਰ ਕਰਕੇ ਜਿਹੜਾ ਚੰਦੂ ਪਾਪੀ ਨੇ ਲਾਹੌਰ 'ਚ ਹੀ ਆਪਣੀ ਨੂੰਹ ਦਾ ਸੰਸਕਾਰ ਕੀਤਾ ਹੈ। ਦਿੱਲੀ ਸ਼ਾਹੋ ਨਿਕਟ ਚਿਤ ਧਰਿਓ। ਤੇ ਫਿਰ ਇਹਨੇ ਚਿੱਤ ਵਿੱਚ ਧਰਿਆ ਵੀ ਮੈਂ ਜਾਵਾਂ ਬਾਦਸ਼ਾਹ ਜਹਾਂਗੀਰ ਕੋਲ ਨਾ ਕਿਤੇ ਪਹੁੰਚ ਜਾਵੇ ਗੱਲ, ਵੀ ਪੰਜਾਬ 'ਚ ਤਾਂ ਪਤਾ ਹੀ ਹੈ ਮਾੜੀ ਮੋਟੀ ਸਾਰੇ ਸਿੱਖਾਂ ਨੂੰ, ਕਿਤੇ ਜੇ ਇਹ ਗੱਲ ਬਾਦਸ਼ਾਹ ਜਹਾਂਗੀਰ ਕੋਲ ਹੋ ਗਈ ਚਲੀ ਤੇ ਔਖਾ ਹੋ ਜਾਵੇਗਾ। ਇਹ ਪਾਪੀ ਆਪਦੀ ਨੂੰਹ ਦਾ ਸੰਸਕਾਰ ਕਰਕੇ ਦਿੱਲੀ ਦੇ ਰਾਹ ਪੈ ਗਿਆ ਤੇ ਬਾਦਸ਼ਾਹ ਜਹਾਂਗੀਰ ਕੋਲ ਜਾ ਪਹੁੰਚਿਆ ਹੈ। ਕੋ ਨਹਿ ਕਹਿ ਹਟਕ ਸਭ ਰਾਖਾਂ। ਤੇ ਮੈਂ ਸਾਰਿਆਂ ਨੂੰ ਜਾ ਕੇ ਦਿੱਲੀ ਰੋਕ ਦੇਵਾਂ ਦਵਾ ਦਵ, ਵੀ ਕੋਈ ਵੀ ਜਾ ਕੇ ਬਾਦਸ਼ਾਹ ਜਹਾਂਗੀਰ ਕੋਲੇ ਗੱਲ ਨਾ ਕਰਨੀ ਵੀ ਮੈਂ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ। ਕਿਸ ਧਨ ਦੇ ਕਿਸ ਬਿਨਤੀ ਭਾਖਾਂ। ਇਹ ਕਹਿੰਦਾ ਮੈਂ ਦਿੱਲੀ ਜਾਵਾਂ ਛੇਤੀ, ਰਸਤੇ 'ਚ ਜਾਂਦਾ ਸੋਚਦਾ ਹੈ ਵੀ ਮੈਂ ਜਾ ਕੇ ਨਾ ਦਿੱਲੀ ਦਰਬਾਰ 'ਚ ਕਿਸੇ ਨੂੰ ਧਨ ਦੇ ਕੇ ਮਨਾ ਲਵਾਂਗਾ ਵੀ ਗੱਲ ਨਾ ਦੱਸੀ ਮੇਰੀ, ਤੇ ਕਿਸੇ ਨੂੰ ਕੋਈ ਬੇਨਤੀ ਕਰ ਲਵਾਂਗਾ, ਕੋਈ ਤਰਲਾ ਕਰ ਲਵਾਂਗਾ, ਵੀ ਜਿਨ੍ਹਾਂ ਨੂੰ ਪਤਾ ਹੈ ਉਹ ਬਾਦਸ਼ਾਹ ਦੇ ਕੋਲੇ ਗੱਲ ਨਾ ਕਰਨ ਕਦੇ ਵੀ। ਚਹਿਤ ਜੋ ਹਤਿਓ ਬਿਦਤ ਨਹਿ ਹੋਏ। ਵੀ ਜਿਹੜੀ ਮੈਂ ਹੱਤਿਆ ਕੀਤੀ ਹੈ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਸ਼ਹੀਦ ਹੋ ਗਏ ਹੈ, ਜੋ ਮੈਂ ਚਾਹਿਆ ਸੀ ਉਹ ਮੈਂ ਕਰ ਦਿੱਤਾ ਹੈ, ਪਰ ਹੁਣ ਉਹਨਾਂ ਨੂੰ ਕਹਾਂਗਾ ਵੀ ਇਹ ਗੱਲ ਕੋਈ ਵੀ ਬਾਦਸ਼ਾਹ ਕੋਲ ਪ੍ਰਗਟ ਨਾ ਕਰਨਾ। ਭਇਓ ਜਤਨ ਕੇ ਤਤ ਪਰ ਸੋਏ। ਇਸ ਤਰ੍ਹਾਂ ਸੋਚ ਕੇ ਨਾ ਪਾਪੀ ਚੰਦੂ ਤਤਪਰ ਹੋ ਗਿਆ, ਤਿਆਰ ਬਰ ਤਿਆਰ, ਵੀ ਮੈਂ ਜਿਹੜੇ ਅਹਿਲਕਾਰ ਕੋਈ ਅਮੀਰ ਵਜ਼ੀਰ ਹੈ, ਉਮਰਾਵ ਹਨ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਾਂ ਮਨਾਵਾਂ, ਮਾਇਆ ਦੇ ਕੇ ਕੋਈ ਸੋਭਾ ਕਰਕੇ, ਉਹਨਾਂ ਦੀ ਕੋਈ ਮਿਹਨਤ ਕਰਕੇ, ਵੀ ਤੁਸੀਂ ਬਾਦਸ਼ਾਹ ਦੇ ਕੋਲ ਇਹ ਗੱਲ ਨਾ ਹੋਣ ਦਿਆ ਜੇ, ਟਕੀ ਰਹਿਣ ਦਿਓ। ਇਹਨੇ ਮਨ ਵਿੱਚ ਵਿਚਾਰ ਕੇ ਬੜਾ ਉਦਮ ਕੀਤਾ ਇਹ ਸਾਰਾ ਕੰਮ ਕਰਨ ਵਾਸਤੇ। ਅਨੇਕ ਭਾਂਤ ਚਿਤਵਤ ਮਗ ਜਾਤੇ। ਤੇ ਤੁਰਿਆ ਜਾਂਦਾ ਦਿੱਲੀ ਨੂੰ, ਅਨੇਕਾਂ ਤਰ੍ਹਾਂ ਦੀਆਂ ਗੋਂਦਾਂ ਗੁੰਦਦਾ ਵੈ। ਸੁਣਤ ਸ਼ਾਹੋ ਚਿਤ ਹੋਵੈ ਨਾ ਰਿਸਾਤੇ। ਵੀ ਕਿਤੇ ਬਾਦਸ਼ਾਹ ਜਹਾਂਗੀਰ ਸੁਣ ਕੇ ਮਨ ਕਰਕੇ ਮੇਰੇ ਤੇ ਗੁੱਸੇ ਨਾ ਹੋ ਜਾਵੇ। ਪਹੁੰਚੋ ਪੁਰੀ ਸਦਨ ਤਬ ਗਇਓ। ਤੋ ਇਸ ਤਰ੍ਹਾਂ ਇਹ ਤੁਰਿਆ ਜਾਂਦਾ ਚੰਦੂ ਪਹੁੰਚਿਆ ਉੱਥੇ ਦਿੱਲੀ, ਤੇ ਆਪਣੇ ਘਰ ਵਿੱਚ ਜਾ ਵੜਿਆ ਹੈ। ਇਹਦਾ ਆਪਣੇ ਘਰ ਸੀ ਦਿੱਲੀ, ਇੱਕ ਇੱਥੇ ਚੰਦੂ ਲਾਹੌਰ ਵੀ ਇਹਦੀ ਹਵੇਲੀ ਸੀ ਤੇ ਦਿੱਲੀ ਵੀ। ਦਿੱਲੀ ਤੁਰਿਆ ਲਾਹੌਰੋਂ ਤੇ ਆਪਣੇ ਘਰ ਵਿੱਚ ਜਾ ਪਹੁੰਚਿਆ ਹੈ। ਕਲਹ ਸੁਤਾ ਦੇਖਤ ਦੁਖ ਭਇਓ। ਜਾਂਦਿਆਂ ਨੂੰ ਆਪਣੀ ਧੀ ਜਿਹੜੀ ਕੁਆਰੀ ਘਰ ਵਿੱਚ ਬੈਠੀ ਹੈ ਨਾ ਦਿੱਲੀ, ਉਹਦੇ ਵੱਲ ਵੇਖ ਵੇਖ ਕੇ ਬੜਾ ਦੁਖੀ ਹੁੰਦਾ ਹੈ। ਉਹਨੂੰ ਘਰ ਵਿੱਚ ਕੁਆਰੀ ਬੈਠੀ ਵੇਖ ਕੇ ਇਹਦਾ ਮਨ ਬਹੁਤ ਸੜਦਾ ਬਲਦਾ ਹੈ। ਉਹ ਇਸ ਤਰ੍ਹਾਂ ਦੁਖੀ ਹੁੰਦਾ ਵੀ ਇਹ ਪੁੱਤਰੀ ਕਾਹਦੀ, ਵੀ ਝਗੜੇ ਦਾ ਹੀ ਰੂਪ, ਸਾਰੇ ਝਗੜੇ ਦੀ ਜੜ ਇੱਥੋਂ ਹੀ ਸ਼ੁਰੂ ਹੋਈ ਹੈ। ਇਹ ਜਾਣ ਕੇ ਬੜਾ ਦੁਖੀ ਹੁੰਦਾ ਹੈ। ਜਿਸ ਹਿਤ ਪਾਪ ਕੀਨ ਬਹੁ ਤੇਰਾ। ਤੇ ਮਨ 'ਚ ਸੋਚਦਾ ਵੀ ਜਿਹੜੀ ਧੀ ਦੇ ਰਿਸ਼ਤੇ ਵਾਸਤੇ ਮੈਂ ਪਾਪ ਕੀਤੇ, ਗੁਰੂ ਅਰਜਨ ਦੇਵ ਮਹਾਰਾਜ ਵਰਗੇ ਮਹਾਨ ਸਤਿਗੁਰੂ ਨੂੰ ਸ਼ਹੀਦ ਕਰ ਦਿੱਤਾ, ਕਿੱਡੇ ਕੱਡੇ ਮੈਂ ਪਾਪ ਕੀਤੇ ਹੈ, ਕਿੰਨਿਆਂ ਨੂੰ ਮਾਰਿਆ ਮੁਕਾਇਆ, ਕਿੰਨੇ ਪਾਪੜ ਵੇਲੇ ਝੂਠ ਬੋਲੇ, ਧੋਖੇ ਕੀਤੇ। ਜਿਸ ਧੀ ਨੂੰ ਵਸਾਉਣ ਵਾਸਤੇ, ਬੂਹੇ ਅੱਗੋਂ ਉਠਾਉਣ ਵਾਸਤੇ ਮੈਂ ਪਾਪ ਕੀਤੇ ਹਨ, ਤਉ ਨ ਤਿਸ ਕੋ ਸੁਖ ਕੇ ਮਹੇਰਾ। ਤੇ ਉਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਵੀ ਕਰ ਦਿੱਤਾ, ਪਰ ਉਹ ਤਾਂ ਫਿਰ ਮੇਰੇ ਬੂਹੇ ਅੱਗੇ ਬੈਠੀ ਹੈ। ਅਜੇ ਵੀ ਉਹਦੇ ਵਿਆਹ ਦਾ ਸੁੱਖ ਵੇਖਣਾ ਮੈਨੂੰ ਨਸੀਬ ਨਹੀਂ ਹੋਇਆ ਹੈ। ਜਹਾਂਗੀਰ ਕੇ ਤੀਰਜ ਜਾਏ। ਤੇ ਜੇ ਜਹਾਂਗੀਰ ਬਾਦਸ਼ਾਹ ਦੇ ਪਾਸ ਜਾ ਕਰਕੇ ਸਭ ਸੋ ਮਿਲਿਓ ਪ੍ਰੇਮ ਉਪਜਾਏ। ਜਹਾਂਗੀਰ ਕੇ ਤੀਰ ਜੇ ਜਾਏ, ਤੋ ਇਹਨੇ ਮਨ ਵਿੱਚ ਫਿਰ ਵਿਚਾਰ ਕੀਤੀ ਵੀ ਬਾਦਸ਼ਾਹ
ਜਹਾਂਗੀਰ ਦੇ ਕੋਲ ਜਿਹੜੇ ਨਾਲ ਇਹਦੇ ਰਹਿੰਦੇ ਆ ਨਾ ਬਾਦਸ਼ਾਹ ਦੇ, ਜੇ ਕਿਤੇ ਉਹ ਬਾਦਸ਼ਾਹ ਦੇ ਕੋਲ ਚਲੇ ਗਏ ਫੇਰ ਵੀ ਜਿਹੜਾ ਹੈ ਉਹ ਕੰਮ ਔਖਾ ਹੋ ਜਾਣਾ। ਇਸ ਕਰਕੇ ਚੰਦੂ ਮਨ ਵਿੱਚ ਇਸ ਤਰ੍ਹਾਂ ਸੋਚ ਰਿਹਾ ਵੀ ਜਹਾਂਗੀਰ ਬਾਦਸ਼ਾਹ ਦੇ ਜੇ ਕੋਲ ਜਾ ਕਰਕੇ ਸਭ ਸੋ ਮਿਲੋਂ ਪ੍ਰੇਮ ਉਪਜਾਏ। ਇਹ ਬਾਦਸ਼ਾਹ ਦੇ ਜਿਹੜੇ ਨਾਲ ਰਹਿਣ ਵਾਲੇ ਆ ਨਾ ਉਹਨਾਂ ਕੋਲ ਚੰਦੂ ਪਹੁੰਚਿਆ ਫਿਰ ਵੀ ਕਿਤੇ ਗੱਲ ਨਾ ਕਰ ਦੇਣ, ਤੇ ਛੇਤੀ ਉਹਨਾਂ ਦੇ ਨਾਲ ਮਿਲਿਆ। ਬੜਾ ਪ੍ਰੇਮ ਕਰਦਾ ਹੈ ਅਮੀਰਾਂ ਦੇ ਨਾਲ, ਵਜ਼ੀਰਾਂ ਦੇ ਨਾਲ, ਤੇ ਬੜੇ ਪ੍ਰੇਮ ਦੇ ਬਚਨ ਬੋਲਦਾ ਹੈ, ਮਨਾਉਂਦਾ ਹੈ, ਸਾਰਿਆਂ ਦੇ ਤਰਲੇ ਕੱਢਦਾ ਹੈ। ਬਹੁ ਮੋਲਾ ਕਿਸਹੂ ਪਟ ਦੇਤ, ਕਈਆਂ ਨੂੰ ਤਾਂ ਬੜੇ ਕੀਮਤੀ ਬਸਤਰ ਚੰਦੂ ਨੇ ਭੇਂਟ ਕੀਤੇ ਹਨ। ਕਾਹੂ ਕੁਸ਼ਾਮਤ ਕਰ ਖੁਸ਼ ਲੇਤ, ਕਈਆਂ ਦੀ ਚਮਚਾਗਰੀ ਕਰ ਕਰਕੇ ਉਹਨਾਂ ਦੀ ਖੁਸ਼ੀ ਲਈ ਵੀ ਤਾਂ ਕਿ ਇਹ ਬਾਦਸ਼ਾਹ ਨੂੰ ਮੇਰੀ ਕਰਤੂਤ ਨਾ ਦੱਸ ਦੇਣ। ਕਿਸਹੂ ਦਰਬ ਦੀਨ ਹਰ ਖਾਵੈ, ਤੇ ਜਿਹੜੇ ਕੋ ਲਾਲਚੀ ਸੀ ਉਹਨਾਂ ਨੂੰ ਮਾਇਆ ਦੇ ਦੇ ਕੇ ਇਹਨੇ ਖੁਸ਼ ਕਰ ਲਿਆ ਹੈ। ਫੇਰ ਘੇਰ ਤੇ ਬਾਤ ਜਨਾਵੈ, ਤੇ ਫੇਰ ਘੇਰ ਕੇ ਭਾਵ ਕੇ ਮੋੜ ਘੋੜ ਕੇ ਵੀ ਬਾਤ ਜਿਹੜੀ ਉਹ ਬਾਦਸ਼ਾਹ ਨੂੰ ਕੋਈ ਨਾ ਜਣਾਵੇ, ਕੋਈ ਦੱਸੇ ਨਾ। ਮਰਿਓ ਗੁਰੂ ਅਰਜਨ ਲਵਪੁਰ ਮੈਂ, ਜਾਂ ਕਹਿ ਲੋ ਇਹ ਚੰਦੂ ਨਾ ਚਲਾਕੀ ਨਾਲ ਉਹ ਮਾਇਆ ਦੇ ਕੇ ਕਿਸੇ ਸਾਰਿਆਂ ਨੂੰ ਖਰੀਦ ਕੇ ਨਾ, ਤੇ ਉਹਨਾਂ ਨੂੰ ਕਹਿੰਦਾ ਕਿ ਵਲ ਪਾ ਕੇ ਗੱਲ ਜੀ ਮੋੜ ਘੋੜ ਕੇ ਕਹਿੰਦਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੈਂ ਨਹੀਂ ਸ਼ਹੀਦ ਕੀਤਾ। ਐਵੇਂ ਲੋਕ ਰੌਲਾ ਪਾਉਂਦੇ ਆ, ਉਹ ਤਾਂ ਮੇਰੇ ਘਰ ਵਿੱਚ ਰਾਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹੈਜਾ ਹੋ ਗਿਆ ਸੀ, ਤੇ ਉਹ ਬੇਸ਼ੱਕ ਲਾਹੌਰ ਵਿੱਚ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੜ੍ਹਾਈ ਕੀਤੇ ਹਨ। ਨਿਸ ਹੈ ਜਾ ਹੋਏ ਗਇਓ ਉਦਰ ਮੈਂ, ਐਵੇਂ ਲੋਕ ਮੇਰਾ ਨਾਮ ਲਾਉਂਦੇ ਆ, ਉਹ ਤਾਂ ਰਾਤ ਹੀ ਗੁਰੂ ਅਰਜਨ ਦੇਵ ਸਾਹਿਬ ਨੂੰ ਹੈਜਾ ਹੋਣ ਕਰਕੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸਨ, ਚੜ੍ਹਾਈ ਕਰ ਗਏ ਸਨ। ਸਾਹੋ ਸਮੀਪ ਨ ਕਹਾ ਪ੍ਰਸੰਗ, ਤੇ ਤੁਸੀਂ ਬਾਦਸ਼ਾਹ ਕੋਲ ਨਾ ਐਵੇਂ ਗੱਲ ਸੁਣੀ ਸੁਣਾਈ ਕਰਦੇ ਆ ਜੇ, ਮੈਨੂੰ ਕਿਹੜਾ ਕਿਸੇ ਨੇ ਵੇਖਿਆ ਵੀ ਕੋਈ ਬਾਦਸ਼ਾਹ ਕੋਲ ਨਾ ਕਹਿ ਦੇਣਾ ਵੀ ਚੰਦੂ ਨੇ ਸ਼ਹੀਦ ਕੀਤਾ ਗੁਰੂ ਅਰਜਨ ਦੇਵ ਸਾਹਿਬ ਨੂੰ। ਉਹ ਤਾਂ ਰਾਤ ਹੀ ਚੜ੍ਹਾਈ ਕਰ ਗਏ ਸੀ, ਸ਼ਹੀਦੀ ਪ੍ਰਾਪਤ ਕਰ ਗਏ ਸੀ, ਹੈਜਾ ਹੋ ਗਿਆ ਸੀ। ਇਹ ਚੰਦੂ ਝੂਠ ਬੋਲਦਾ ਹੈ ਵੀ ਤੁਸੀਂ ਬਾਦਸ਼ਾਹ ਨੂੰ ਆਹ ਸਾਖੀ ਸੁਣਾਉਣੀ ਹੈ ਵੀ ਗੁਰੂ ਅਰਜਨ ਦੇਵ ਤਾਂ ਸੁਤੇ ਹੀ ਆਈ ਜਿਹੜੀ ਵਾ ਉਹ ਸ਼ਹੀਦ ਹੋ ਗਏ ਹੈ, ਅਕਾਲ ਚਲਾਣਾ ਕਰ ਗਏ, ਚੜ੍ਹਾਈ ਕਰ ਗਏ ਸੀ ਹੈਜੇ ਦੇ ਨਾਲ, ਮੇਰਾ ਕੋਈ ਦੋਸ਼ ਨਹੀਂ। ਇਹ ਤੁਸੀਂ ਸਾਰਿਆਂ ਨੇ ਹੀ ਬਾਦਸ਼ਾਹ ਜਹਾਂਗੀਰ ਨੂੰ ਇਸ ਤਰ੍ਹਾਂ ਸੁਣਾਉਣਾ ਹੈ, ਮੇਰਾ ਕੋਈ ਨਾਂ ਲੈਣਾ ਕਿਸੇ ਨੇ ਨਾਮ ਤੇ ਨਾ ਹੀ ਕਿਸੇ ਨੂੰ ਲੈਣ ਦੇਣਾ ਹੈ। ਜੇ ਚੱਲ ਪਰ ਹੈ ਕਹਾ ਇਸ ਢੰਗ, ਤੇ ਜੇ ਕੋਈ ਗੱਲ ਚੱਲ ਵੀ ਪਵੇ ਨਾ ਪਾਸਿਓਂ ਕੋਈ ਆ ਕੇ ਗੱਲ ਕਰ ਵੀ ਦੇਵੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ, ਤੇ ਤੁਸੀਂ ਵਿੱਚ ਆਹ ਗੱਲ ਤਸੋੜਦੇ ਨਹੀਂ ਬਾਦਸ਼ਾਹ ਉਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਇਸ ਤਰ੍ਹਾਂ ਜਿਹੜੇ ਵੈ ਉਹ ਚੜ੍ਹਾਈ ਕੀਤੇ ਆ ਵੀ ਚੰਦੂ ਦਾ ਕੋਈ ਦੋਸ਼ ਨਹੀਂ। ਇਸ ਲਈ ਇਹਨੇ ਸਾਰਿਆਂ ਨੂੰ ਖਰੀਦ ਲਿਆ, ਕਿਸੇ ਨੂੰ ਮਾਇਆ ਦੇ ਦਿੱਤੀ ਹੈ, ਕਿਸੇ ਨੂੰ ਬੇਸ਼ਕੀਮਤੀ ਕੱਪੜੇ ਦਿੱਤੇ, ਲਾਲਚ ਦਿੱਤਾ, ਕਿਸੇ ਦੀਆਂ ਮਿੰਨਤਾਂ ਤਰਲੇ ਚਾਪਲੂਸੀ ਕੀਤੀ। ਕੋਈ ਸੋਭਾ ਨਾਲ ਖੁਸ਼ ਹੋਣ ਵਾਲੇ ਲੋਕ ਹੁੰਦੇ ਆ, ਉਹਨਾਂ ਦੀ ਵਡਿਆਈ ਕਰਕੇ ਮਨਾ ਲਿਆ ਹੈ। ਕੋ ਨਾਮ ਲੇਤ ਹੈ ਮੇਰੋ, ਵੀ ਜੇ ਕੋਈ ਬਾਦਸ਼ਾਹ ਦੇ ਕੋਲ ਮੇਰਾ ਨਾਮ ਵੀ ਲੈ ਦਿੰਦਾ ਹੈ, ਤੁਮ ਟਿਕ ਕਹਿ ਝਿਰਕ ਦੇਹੁ ਫੇਰੋ, ਤੇ ਤੁਸੀਂ ਬਾਦਸ਼ਾਹ ਦੇ ਕੋਲ ਹੀ ਨੂੰ ਝਿੜਕ ਕੇ ਰੋਕ ਦੇਣਾ, ਉਹਦੀ ਗੱਲ ਟੋਕ ਕੇ ਤੇ ਆਹ ਗੱਲ ਸੁਣਾ ਦੇਣੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੈਜੇ ਨਾਲ ਚੜ੍ਹਾਈ ਕੀਤੇ ਹਨ। ਹੋਏ ਨ ਆਸ ਸੁਨ ਕੈ ਪਤਸ਼ਾਹੂ, ਤੇ ਕੋਈ ਵੀ ਬਾਦਸ਼ਾਹ ਦੇ ਕੋਲ ਇਹੋ ਜਿਹੀ ਗੱਲ ਨਾ ਕਰੇ ਜਿਹੜੀ ਬਾਦਸ਼ਾਹ ਸੁਣ ਕਰਕੇ ਮੁਝ ਪਰ ਕੋਪ ਕਰਹਿ ਉਰ ਮਾਹੂ, ਆਪਣੇ ਹਿਰਦੇ ਵਿੱਚ ਮੇਰੇ ਤੇ ਕ੍ਰੋਧੀ ਹੋ ਜਾਣ। ਵੀ ਇਹੋ ਜਿਹੀ ਕੋਈ ਗੱਲ ਜਹਾਂਗੀਰ ਬਾਦਸ਼ਾਹ ਕੋਲ ਨਹੀਂ ਜਾਣ ਦੇਣੀ ਤੁਸੀਂ, ਕਿਉਂਕਿ ਨਾਲ ਰਹਿੰਦੇ ਹੋ ਸਾਰਾ ਦਿਨ। ਕੋਈ ਇਹੋ ਜਿਹੀ ਗੱਲ ਨਹੀਂ ਬਾਦਸ਼ਾਹ ਦੇ ਪਾਸ ਜਾਣ ਦੇਣੀ ਜਿਹਦੇ ਨਾਲ ਬਾਦਸ਼ਾਹ ਸੁਣ ਕੇ ਮੇਰੇ ਤੇ ਗੁੱਸੇ ਹੋ ਜਾਵੇ। ਨਰ ਸਭ ਸਭਾ ਕੇਰ ਅਪਨਾਏ, ਤੋ ਪਾਪੀ ਚੰਦੂ ਨੇ ਇਸ ਤਰ੍ਹਾਂ ਕਹਿ ਕੇ ਮਾਇਆ ਦੇ ਕੇ, ਕੋਈ ਹੋਰ ਸੋਭਾ ਲਾਲਚ ਕੱਪੜਾ ਦੇ ਕੇ, ਜਿਵੇਂ ਵੀ ਕੋਈ ਖੁਸ਼ ਹੁੰਦਾ, ਚੰਦੂ ਨੇ ਸਾਰੇ ਖੁਸ਼ ਕਰਕੇ ਆਪਦੇ ਵੱਲ ਦੇ ਕਰ ਲਏ, ਖਰੀਦ ਲਏ ਹਨ। ਤ੍ਰਸਤ ਜਤਨ ਚਿਤਵਤ ਸਮੁਦਾਏ, ਤੇ ਮਨ ਵਿੱਚ ਡਰਦਾ ਵੀ ਹੈ, ਬਹੁਤ ਡਰਦਾ ਹੈ ਵੀ ਕਿਤੇ ਬਾਦਸ਼ਾਹ ਨੂੰ ਪਤਾ ਨਾ ਲੱਗ ਜਾਵੇ ਅੱਗੇ ਮੇਰੀ ਬਹੁਤ ਬੇਪਤੀ ਹੋ ਰਹੀ ਹੈ, ਤੋ ਸਾਰਿਆਂ ਨੂੰ ਆਪਦੇ ਵੱਲ ਦੇ ਕਰ ਲਿਆ ਹੈ। ਇਸ ਤਰ੍ਹਾਂ ਦੇ ਹੋਰ ਕਵੀ ਜੀ ਕਹਿੰਦੇ ਬੜੇ ਚੰਦੂ ਨੇ ਪਾਪੜ ਵੀ ਵੇਲੇ ਹਨ। ਮਿਲਿਓ ਸ਼ਾਹੂ ਕੇ ਪਾਸ ਪਹੁੰਚਾ, ਇਹਨਾਂ ਸਾਰਿਆਂ ਨੂੰ ਮਿਲਣ ਤੋਂ ਬਾਅਦ ਫਿਰ ਪਾਪੀ ਚੰਦੂ ਬਾਦਸ਼ਾਹ ਜਹਾਂਗੀਰ ਕੋਲ ਜਾ ਪਹੁੰਚਿਆ ਹੈ। ਸੋ ਜਸ ਉਚਾਰਤ ਭਾਤੇ ਹਮੂਚਾ, ਤੇ ਬਾਦਸ਼ਾਹ ਦਾ ਬੜੀ ਵਡਿਆਈ ਕੀਤੀ, ਤੁਸੀਂ ਜਾਂ ਆਪਣਾ ਹੋ ਸੰਸਾਰ ਦਾ ਆਸਰਾ ਰੂਪ ਹੋ, ਇਸ ਤਰ੍ਹਾਂ ਬੜੀ ਸੋਭਾ ਬਾਦਸ਼ਾਹ ਜਹਾਂਗੀਰ ਦੀ ਇਹਨੇ ਦਰਬਾਰ 'ਚ ਜਾ ਕੇ
ਬੜੀ ਖੁਸ਼ਾਮਦ ਕੀਤੀ ਹੈ। ਨਹਿ ਸਤ ਗੁਰ ਕੀ ਕਿਨਹਾ ਸੁਨਾਈ। ਤੇ ਇਹਨੇ ਜਾਣਦਿਆਂ ਸਾਰ ਵੇਖ ਲਿਆ ਵੀ ਅਜੇ ਤੱਕ ਬਾਦਸ਼ਾਹ ਨੂੰ ਕਿਸੇ ਨੇ ਗੱਲ ਨਹੀਂ ਸੁਣਾਈ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦੀ। ਅਜੇ ਤੱਕ ਬਾਦਸ਼ਾਹ ਨੂੰ ਕੋਈ ਖਬਰ ਨਹੀਂ ਹੋਈ ਹੈ। ਅਪਰ ਪ੍ਰਸੰਗਣ ਬਾਤ ਚਲਾਈ। ਤੇ ਨਾ ਹੀ ਇਹਨੇ ਕੋਈ ਗੱਲ ਛੇੜੀ ਜਾ ਕੇ, ਹੋਰ ਹੀ ਪਾਸੇ ਆਸੇ ਦੀਆਂ ਰਾਜ ਭਾਗ ਦੀਆਂ ਕੋਈ ਗੱਲਾਂ ਕਰਦਾ ਰਿਹਾ ਹੈ। ਇਮ ਨਿਤ ਪ੍ਰਤ ਰਹਿ ਸ਼ਾਹੂ ਅਗਾਰੇ। ਹੁਣ ਚੰਦੂ ਡਰਦਾ ਹੋਇਆ ਵੀ ਕਿਤੇ ਕੋਈ ਪਹੁੰਚ ਨਾ ਕਰ ਦਵੇ ਬਾਦਸ਼ਾਹ ਦੇ ਕੋਲ, ਤੇ ਰੋਜ਼ ਹੀ ਬਾਦਸ਼ਾਹ ਜਹਾਂਗੀਰ ਦੇ ਲਾਗੇ ਲਾਗੇ ਰਹਿੰਦਾ ਹੈ, ਦੂਰ ਨਹੀਂ ਜਾਂਦਾ। ਤੜਕੀ ਚਲਾ ਜਾਂਦਾ ਹੈ ਤੇ ਹਨੇਰੇ ਤੀਕਰ ਬਾਦਸ਼ਾਹ ਦੇ ਪਾਸ ਬੈਠਾ ਰਹਿੰਦਾ ਹੈ। ਸਨੇ ਸਨੇ ਮਨ ਤਰਾਸ ਵਿਸਾਰੇ। ਉਹ ਐ ਸਮਾਂ ਲੰਘ ਗਿਆ, ਕੋਈ 2 4 6 ਮਹੀਨੇ ਲੰਘ ਗਏ ਹੈ ਤੇ ਹੌਲੀ ਹੌਲੀ ਡਰ ਘਟ ਗਿਆ ਵੀ ਚਲੋ ਹੁਣ ਗੱਲ ਪੁਰਾਣੀ ਹੋ ਗਈ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੀ, ਤੇ ਹੁਣ ਕਿੰਨੇ ਨਾਂ ਲੈਣਾ ਬਾਦਸ਼ਾਹ ਦੇ ਕੋਲ। ਇਹਨੇ ਡਰ ਜਿਹਾ ਹੁਣ ਘਟਾ ਦਿੱਤਾ, ਛੱਡ ਦਿੱਤਾ ਹੈ। ਸਿੱਖਣ ਵਿਖੈ ਬਿਦਤ ਬਾਹ ਭਇਓ। ਤੋ ਇਧਰ ਸਾਧ ਸੰਗਤ ਜੀ, ਇਹ ਤਾਂ ਚੰਦੂ ਦੀ ਹਾਲਤ ਹੈ। ਚੰਦੂ ਐ ਪਾਪੜ ਵੇਲ ਕੇ ਇਹਨੇ ਗੱਲ ਜੀ ਪਿੱਛੇ ਪਾ ਦਿੱਤੀ। ਕੁਛ 6-7 ਮਹੀਨੇ ਲੰਘ ਗਏ, ਹੁਣ ਡਰਨੋਂ ਹਟ ਗਿਆ ਵੀ ਹੁਣ ਕਿੰਨੇ ਦੱਸਣਾ, ਸਮਾਂ ਲੰਘ ਗਿਆ ਸ਼ਹੀਦੀ ਹੋਈ ਨੂੰ। ਤੇ ਉਧਰ ਜਿਹੜੇ ਸਿੱਖ ਹੈ ਨਾ, ਜਿੰਨੇ ਵੀ ਦਿੱਲੀ ਦੀਆਂ ਸੰਗਤਾਂ ਹਨ, ਉਹਨਾਂ ਵਿੱਚ ਇਹ ਗੱਲ ਪ੍ਰਗਟ ਹੋ ਚੁੱਕੀ ਹੈ, ਸਭ ਨੂੰ ਪਤਾ ਲੱਗ ਚੁੱਕਾ ਹੈ। ਚੰਦੂ ਘਰ ਗੁਰ ਤਨ ਤਜ ਦਇਓ। ਕਿਉਂਕਿ ਸਿੱਖਾਂ ਦੀਆਂ ਰਿਸ਼ਤੇਦਾਰੀਆਂ ਵੀ ਸੀ ਲਾਹੌਰ ਦਿੱਲੀ ਵਾਲਿਆਂ ਦੀਆਂ, ਕੁਝ ਅੰਮ੍ਰਿਤਸਰ ਵੀ ਜਾਂਦੇ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਾਂ ਖੁੱਲ੍ਹਾ ਹੀ ਐਲਾਨ ਕਰ ਦਿੱਤਾ ਨਾ ਵੀ ਸਾਡੇ ਪਿਤਾ ਨੂੰ ਚੰਦੂ ਪਾਪੀ ਨੇ ਸ਼ਹੀਦ ਕੀਤਾ ਤੇ ਇਹਦੇ ਨੱਕ 'ਚ ਨੱਥ ਪਾਉਣੀ ਅਸੀਂ। ਤੇ ਦਿੱਲੀ ਦੀ ਸੰਗਤ ਅੰਮ੍ਰਿਤਸਰ ਜਾਂਦੀ ਰਹਿੰਦੀ ਹੈ। ਉਹ ਸਾਰੇ ਸਿੱਖ ਜਿਹੜੇ ਦਿੱਲੀ ਵਾਲੇ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਚੁੱਕਾ ਹੈ। ਤੇ ਆਪਸ ਵਿੱਚ ਸਿੱਖ ਕਹਿੰਦੇ ਵੀ ਪਾਪੀ ਚੰਦੂ ਦੇ ਘਰ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀਆਂ ਨੇ ਸਰੀਰ ਤਿਆਗਿਆ, ਸ਼ਹੀਦੀ ਦਿੱਤੀ ਹੈ। ਤਉ ਡਰਤ ਨਹਿ ਸਕਤ ਉਚਾਰੈ। ਤੇ ਪਰ ਡਰਦੇ ਆ ਵਿਚਾਰੇ ਦਿੱਲੀ, ਕਿਉਂਕਿ ਹਕੂਮਤ ਉੱਥੇ ਲਾਗੇ ਕਿਲ੍ਹਾ ਹੈ, ਸਾਰੀ ਬਾਦਸ਼ਾਹ ਦੀ ਪੂਰੀ ਨਿਗਰਾਨੀ ਰਹਿੰਦੀ, ਚੰਦੂ ਕੋਲ ਤਾਕਤ ਬਹੁਤ ਹੈ। ਤੇ ਡਰਦੇ ਹੋਏ ਵਿਚਾਰੇ ਫਿਰ ਵੀ ਕੁਝ ਕਰ ਨਹੀਂ ਸਕਦੇ, ਇੱਕ ਦੂਜੇ ਕੋਲ ਬਹੁਤਾ ਰੌਲਾ ਨਹੀਂ ਪਾਉਂਦੇ ਹਨ। ਮਿਲੈ ਪਰਸ ਪਰ ਅਘੀ ਤਿਕਾਰੈ। ਪਰ ਜਦੋਂ ਕਿਤੇ ਸਿੱਖ ਇਕੱਠੇ ਹੁੰਦੇ ਦਿੱਲੀ, ਤੇ ਉਹਨੂੰ ਪਾਪੀ ਕਹਿੰਦੇ ਆ, ਤੇ ਬੜੀਆਂ ਲਾਣਤਾਂ, ਤ੍ਰਿਗਾ, ਕਾਰ, ਦੁਰ ਫਿਟੇ ਮੂੰਹ ਇਹੋ ਜਿਹੇ ਬਚਨ ਚੰਦੂ ਨੂੰ ਫਿੱਟ ਲਾਣਤਾਂ ਪਾਉਂਦੇ ਆ। ਸਨੇ ਸਨੇ ਕਹੈ ਆਪ ਸਮਾਹੀ। ਤੇ ਚੰਦੂ ਦੀਆਂ ਗੱਲਾਂ ਹੌਲੀ ਹੌਲੀ ਸਿੱਖ ਆਪਸ ਵਿੱਚ ਕਰਦੇ ਆ ਬਹਿ ਕਰਕੇ। ਕੀਨ ਮਹਾ ਅਘ ਪਚਹਿ ਸੁਨਾਹੀ। ਵੀ ਚੰਦੂ ਨੇ ਜਿਹੜਾ ਪਾਪ ਕੀਤਾ ਹੈ ਨਾ, ਬੇਸ਼ੱਕ ਜਿੰਨੀ ਮਰਜ਼ੀ ਉੱਤੇ ਮਿੱਟੀ ਪਾਉਂਦਾ ਹੈ, ਪੜਦੇ ਪਾਉਂਦਾ ਹੈ, ਗੁਰੂ ਅਰਜਨ ਦੇ ਪਾਤਸ਼ਾਹ ਨੂੰ ਜਿਹੜਾ ਪਾਪੀ ਨੇ ਸ਼ਹੀਦ ਕਰਕੇ ਪਾਪ ਕੀਤਾ ਹੈ, ਇਹ ਚੰਦੂ ਨੂੰ ਪਚੇਗਾ ਨਹੀਂ। ਇੱਕ ਦਿਨ ਇਹ ਪੜਦਾ ਉਗੜਨਾ ਜ਼ਰੂਰ ਹੈ। ਐ ਸਿੱਖ ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਆ, ਜਿੰਨਾ ਮਰਜ਼ੀ ਚੰਦੂ ਲੁਕਾ ਲਵੇ, ਪਰ ਇੱਕ ਨਾ ਇੱਕ ਦਿਨ ਜ਼ਰੂਰ ਉਗੜੇਗਾ। ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ, ਅੰਤਰਜਾਮੀ ਸਭ ਕੁਝ ਜਾਣੈ, ਉਸ ਤੇ ਕਹਾਂ ਛਪਾਇਆ। ਕਿੰਨਾ ਚਿਰ ਛਪਾਵੇਗਾ, ਪਰਮੇਸ਼ਰ ਵੇਖਦਾ ਹੈ। ਪਰਮੇਸ਼ਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਨੇ ਪਾਪ ਕੀਤਾ ਸ਼ਹੀਦ ਕਰਕੇ, ਇੱਕ ਦਿਨ ਦਾ ਪਾਪ ਸਾਰੇ ਸੰਸਾਰ ਵਿੱਚ ਉਗੜ ਕੇ ਸਾਹਮਣੇ ਆਵੇਗਾ ਤੇ ਭਾਰੀ ਸਜ਼ਾ ਪ੍ਰਾਪਤ ਹੋਵੇਗੀ। ਸ਼੍ਰੀ ਹਰਗੋਬਿੰਦ ਗੁਰ ਸੋਤਲ ਬਲੀ। ਕਿਉਂਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਜਿਹੜੇ ਸਾਹਿਬਜ਼ਾਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਥਾਂ, ਉਹ ਬੜੇ ਬਲੀ ਹਨ, ਬਹੁਤ ਤਾਕਤ ਵਾਲੇ ਸੁਣੇ ਜਾਂਦੇ ਆ। ਤਿਨਹੂ ਪ੍ਰਣ ਕੀਨ ਸਬਿਦ ਭਲੀ। ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਸਾਰਿਆਂ ਦੇ ਸਾਹਮਣੇ ਬੜੀ ਚੰਗੀ ਤਰ੍ਹਾਂ ਪ੍ਰਣ ਕਰ ਦਿੱਤਾ ਹੈ, ਪ੍ਰਤੱਗਿਆ ਲੈ ਲਈ ਚੰਦੂ ਨੂੰ ਖਤਮ ਕਰਨੇ ਦੀ। ਪਿਤ ਕਾ ਬੈਰ ਲੈ ਹਾਂ ਐਸੇ। ਇਹ ਸੰਗਤਾਂ ਕਹਿੰਦੀਆਂ ਦਿੱਲੀ ਵਾਲੀਆਂ ਸੀ, ਆਪ ਸੁਣਿਆ ਜਿਹੜੇ ਗਏ ਸੀ ਨਾ, ਕਿਉਂਕਿ ਅਕਾਲ ਤਖਤ ਸਾਹਿਬ ਜਦੋਂ ਮਹਾਰਾਜ ਨੇ ਐਲਾਨ ਕੀਤਾ ਹੈ ਤੇ ਉਦੋਂ ਇਹ ਦਿੱਲੀ ਦੇ ਸਿੱਖ ਵੀ ਉੱਤੇ ਸੀ। ਜਿਹੜੇ ਸਿੱਖ ਗਏ ਸੀ ਉਹ ਦੂਜੀਆਂ ਸੰਗਤਾਂ ਨੂੰ ਦੱਸਦੇ ਵੀ ਅਸੀਂ ਉੱਥੇ ਸੀ, ਸਾਡੇ ਸਾਹਮਣੇ 12-13 ਵਰ੍ਹਿਆਂ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਬਾਂਹ ਖੜੀ ਕਰਕੇ ਸਭਾ ਵਿੱਚ ਆਖਿਆ ਵੀ ਅਸੀਂ ਆਪਦੇ ਪਿਤਾ ਨੂੰ ਜਿਹੜਾ ਤਸੀਹੇ ਦੇ ਕੇ ਜਿੰਨਾ ਸ਼ਹੀਦ ਕੀਤਾ, ਉਸ ਚੰਦੂ ਤੋਂ ਬਦਲਾ ਜ਼ਰੂਰ ਲਵਾਂਗੇ, ਵੈਰ ਜ਼ਰੂਰ ਪੂਰਾ ਕਰਾਂਗੇ। ਹਤਾਂ ਦੁਸ਼ਟ ਅਪ ਜਸ ਜੁਤ ਜੈਸੇ। ਚੰਦੂ ਦੀ ਚਾੜੀ ਹੋਈ ਭਾਜੀ ਜ਼ਰੂਰ ਮੋੜਾਂਗੇ ਦੂਣੀ ਸਵਾਈ ਕਰਕੇ, ਤੇ ਪਾਪੀ ਚੰਦੂ ਨੂੰ ਇਸ ਤਰ੍ਹਾਂ ਨਾਸ਼ ਕਰਾਂਗੇ ਵੀ ਨਾਲੇ ਤਾਂ ਜੁੱਤੀਆਂ ਫੇਰਾਂਗੇ ਤੇ ਇਹਦੀ ਬੇਪਤੀ ਕਰਕੇ
ਇਹਦੀ ਨੀਚ ਹਾਲਤ ਕਰਕੇ ਰੋਲ ਰੋਲ ਕੇ ਇਹਨੂੰ ਮਾਰਨਾ ਹੈ। ਹਲਤ ਬਿਖੈ ਕਰ ਆਨਨਕਾਰਾ, ਇਸ ਧਰ ਸੰਸਾਰ ਤੇ ਚੰਦੂ ਦਾ ਮੂੰਹ ਕਾਲਾ ਕਰਕੇ ਅਸੀਂ ਮਾਰਨਾ ਹੈ। ਤਥਾ ਪਲਤ ਮਹਿ ਜਾਏ ਦੁਖਾਰਾ, ਤੇ ਇੱਥੇ ਵੀ ਮੂੰਹ ਕਾਲਾ ਤੇ ਗਾਂ ਪਰਲੋਕ ਵਿੱਚ ਵੀ ਕਾਲੇ ਮੂੰਹ ਵਾਲਾ ਚੰਦੂ ਜਾਵੇਗਾ। ਮੂੰਹ ਕਾਲਾ ਇੱਥੇ ਵੀ ਕਰਾਂਗੇ ਤੇ ਪਰਲੋਕ ਵਿੱਚ ਵੀ ਮੂੰਹ ਕਾਲੇ 'ਚ ਹੀ ਜਾਏਗਾ ਤੇ ਬੜਾ ਦੁਖੀ ਹੋਵੇਗਾ। ਹਿਤ ਹਤੇ ਬੇਬਾਹ ਸਤ ਸਪਥ ਕਰੀ ਹੈ, ਤੋ ਸੰਗਤ ਕਹਿੰਦੀ ਸਾਡੇ ਸਾਹਮਣੇ ਬਚਨ ਹੋਏ, ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਤੇ ਉਹ ਛੱਡਣਗੇ ਨਹੀਂ ਚੰਦੂ, ਜਿੰਨੇ ਮਰਜ਼ੀ ਪੜਦੇ ਪਾ ਲਵੇ। ਸਤਿਗੁਰਾਂ ਨੇ ਸਹੁੰ ਕਸਮ ਖਾ ਲਈ ਹੈ, ਗਰੀਬ ਨਵਾਜ ਨੇ ਪ੍ਰਤੱਗਿਆ ਕਰ ਲਈ ਹੈ ਚੰਦੂ ਦੇ ਮਾਰਨੇ ਦੀ। ਸਰਬ ਸਭਾ ਕੇ ਸ਼ਰਵਣ ਪਰੀ ਹੈ, ਇਹ ਗੱਲ ਅਸੀਂ ਖੁਦ ਸੁਣੀ ਹੈ ਤੇ ਸਾਰੀ ਸਭਾ ਸਿੱਖਾਂ ਦੀ ਨੇ ਸੁਣੀ ਹੋਈ ਹੈ, ਸਭ ਜਾਣਦੇ ਹਨ, ਸਭ ਦੇ ਕੰਨੀ ਪਈ ਹੈ। ਦੇਸ਼ ਵਿਦੇਸ਼ ਵਿਖੈ ਵਿਦਤਾਈ, ਕੱਲੇ ਸਾਡੇ ਕੋਲ ਜਾਂ ਪੰਜਾਬ ਦੇਸ਼ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਚੰਗੀ ਤਰ੍ਹਾਂ ਪ੍ਰਗਟ ਹੋ ਚੁੱਕੀ ਹੈ। ਸਤਿਗੁਰ ਹਤ ਹਤ ਹੈ ਨ ਤਜ ਹੈ ਕਦਾਈ, ਵੀ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਛੱਡਣਾ ਨਹੀਂ ਕਿਸੇ ਵੀ ਹਾਲਤ ਵਿੱਚ। ਜ਼ਰੂਰ ਇਸ ਚੰਦੂ ਪਾਪੀ ਦਾ ਨਾਸ਼ ਕਰਨਗੇ, ਇਹਨੂੰ ਫਾਹੀ ਦੇਣਗੇ, ਫਾਹਾ ਵੱਢਣਗੇ, ਕਦੇ ਨਹੀਂ ਛੱਡਣਗੇ। ਕੇਤਿਕ ਸਿੱਖ ਤੇ ਨਮਹਿ ਜੋ ਸਿਆਨੇ, ਤੇ ਕਈ ਜਿਹੜੇ ਸਿੱਖ ਸਾ ਇਹ ਦਿੱਲੀ ਦੀ ਸੰਗਤ ਬੈਠੀ ਹੋਈ ਆਪਸ 'ਚ ਗੱਲਾਂ ਕਰਦੀ ਹੈ। ਕਈ ਸਿੱਖ ਜਿਹੜੇ ਕੋਈ ਬਹੁਤ ਹੀ ਸਿਆਣੇ ਬਣਦੇ, ਆਪਦੇ ਆਪ ਚੁਸਤ ਚਲਾਕ ਬਣਦੇ ਹਨ। ਮਰਨੋ ਕਠਨ ਚੰਦ ਕੋ ਜਾਣੇ, ਤੇ ਉਹ ਗੁਰੂ ਪਾਤ ਜਿਹੜਾ ਕੋਈ ਬਹੁਤਾ ਸਿਆਣਾ ਹੁੰਦਾ ਹੈ ਨਾ, ਉਹ ਮਹਾਰਾਜ ਪਾਤਸ਼ਾਹ ਤੇ ਭਰੋਸਾ ਘੱਟ ਹੁੰਦਾ, ਕਿਉਂਕਿ ਉਹ ਆਪਦੀ ਬੁੱਧ ਨੂੰ ਵੱਡਾ ਸਮਝਦੇ ਗੁਰੂ ਦੀ ਬਖਸ਼ਿਸ਼ ਨਾਲੋਂ। ਤੇ ਜਿਹੜੇ ਕੋਈ ਬਹੁਤੇ ਚੁਸਤ ਚਲਾਕ ਆਪਦੇ ਆਪ ਨੂੰ ਕਹਿੰਦੇ ਕਹਾਉਂਦੇ ਸਿਆਣੇ ਬਣਦੇ ਆ, ਉਹ ਦਿੱਲੀ ਦੀ ਸੰਗਤ ਵਿੱਚ ਹੀ ਸਿੱਖ ਹੀ ਨੇ ਭਾਵੇਂ, ਉਹ ਕਹਿੰਦੇ ਆ ਵੀ ਨਹੀਂ ਨਹੀਂ ਐਂ ਚੰਦੂ ਨੂੰ ਕਿਵੇਂ ਮਾਰ ਦੇਣਗੇ ਗੁਰੂ ਹਰਗੋਬਿੰਦ ਸਾਹਿਬ ਜੀ। ਚੰਦੂ ਕਿੱਡਾ ਵੱਡਾ ਦੀਵਾਨ, ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲ ਇੰਨਾ ਬਲ ਕਿੱਥੇ, ਫੌਜਾਂ ਕਿੱਥੇ ਆ। ਚੰਦੂ ਦਾ ਮਰਨਾ ਬੜਾ ਔਖਾ ਹੈ, ਇਹ ਕੰਮ ਨਹੀਂ ਹੋ ਸਕਦਾ ਹੈ। ਸ਼ਾਹੋ ਦੀਵਾਨ ਹੁਕਮ ਜਗ ਚਾਲੇ, ਉਹ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ, ਸਾਰੇ ਸੰਸਾਰ ਵਿੱਚ ਚੰਦੂ ਦਾ ਹੁਕਮ ਚੱਲਦਾ, ਤੇ ਭਲਾ ਕਿਵੇਂ 13 ਵਰਿਆਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਨੂੰ ਮਾਰ ਸਕਦੇ ਆ। ਕਿਵੇਂ ਪਕੜਨ ਇਹ ਬਨੈ ਸੁਖਾਲੇ, ਇਹ ਗੱਲ ਕੋਈ ਸੌਖੀ ਨਹੀਂ, ਖਾਲਾ ਜੀ ਦਾ ਵਾੜਾ ਨਹੀਂ ਚੰਦੂ ਦੇ ਨੱਕ 'ਚ ਨੱਥ ਪਾਉਣੀ। ਸਾਨੂੰ ਨਹੀਂ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਕੰਮ ਕਰ ਪਾਉਣਾ ਹੈ। ਲੋਕ ਹਜ਼ਾਰਾਂ ਮੰਨੈ ਬੈਠ ਬੈਨ, ਕਿਉਂਕਿ ਚੰਦੂ ਦੀ ਗੱਲ ਹਜ਼ਾਰਾਂ ਲੋਕ ਮੰਨਦੇ ਹੈ, ਭਾਰਤ ਵਰਸ਼ ਸਾਰਾ ਚੰਦੂ ਦੇ ਅੱਗੇ ਝੁਕਦਾ ਹੈ। ਬੈਠੇ ਪਿਖੈ ਸਮੁਖ ਤਿਸ ਨੈਨ, ਹਾਂ ਸਾਰੇ ਡੀਕਦੇ ਰਹਿੰਦੇ ਚੰਦੂ ਦੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਝਟ ਪੂਰਾ ਹੁੰਦਾ ਹੈ। ਚੰਦੂ ਦਾ ਚਿਹਰਾ ਵੇਖਦੇ ਆ, ਬੜੇ ਲੋਕ ਜਿਹੜੇ ਆ ਚੰਦੂ ਨੂੰ ਸਲਾਮਾਂ ਕਰਦੇ ਆ ਤੇ ਚਿਹਰਾ ਵੇਖਦੇ ਕਦੋਂ ਚੰਦੂ ਹੁਕਮ ਕਰੇ ਅਸੀਂ ਹੁਕਮ ਮੰਨੀਏ। ਚੰਦੂ ਦਾ ਹੁਕਮ ਮੰਨਣ ਵਾਲਿਆਂ ਦੀ ਗਿਣਤੀ ਸਾਰਾ ਭਾਰਤ ਵਰਸ਼ ਹੈ। ਸਤਿਗੁਰ ਸੁਤ ਕੀ ਬੈਸ ਨਵੀਨਾ, ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਦੀ ਤਾਂ ਉਮਰ ਹੀ ਬੜੀ ਛੋਟੀ ਹੈ। ਅੱਜ ਛੋਟੀ ਉਮਰ ਦੇ ਕੋਈ ਬਾਲਕ ਹਨ, ਕੋਈ ਬੱਚਿਆਂ ਵਾਲੇ ਉਹਨਾਂ ਦੀ ਮੱਤ ਹੈ। ਬਿਨਾ ਵਿਚਾਰੇ ਪ੍ਰਣ ਕੋ ਕੀਨਾ, ਸੱਚ ਤਾਂ ਇਹ ਹੈ ਵੀ ਉਹਨਾਂ ਨੇ ਬਿਨਾਂ ਵਿਚਾਰੇ ਤੋਂ ਹੀ ਪ੍ਰਤੱਗਿਆ ਕਰ ਲਈ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਸੀ ਐਡੀ ਵੱਡੀ ਗੱਲ ਕਰਨ ਲੱਗੇ ਹਾਂ। ਮੂੰਹ ਛੋਟਾ, ਛੋਟੀ ਉਮਰ ਵਿੱਚ ਵੱਡੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਗਏ ਵੀ ਅਸੀਂ ਚੰਦੂ ਦੇ ਨੱਕ 'ਚ ਨੱਥ ਪਾਵਾਂਗੇ। ਭਲਾ ਐਵੇਂ ਹੋ ਸਕਦਾ? ਐਡੀ ਵੱਡੀ ਹਕੂਮਤ ਦਾ ਦੀਵਾਨ ਚੰਦੂ, ਤੇ ਕਿੱਥੇ 13 ਵਰਿਆਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਦੇ ਨੱਕ ਵਿੱਚ ਨੱਥ ਪਾਉਣੀ ਭਲਾ ਸੌਖੀ ਹੈ? ਸਾਡੇ ਹਿਸਾਬ ਦੇ ਨਾਲ ਤਾਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਵਿਚਾਰਨਾ ਚਾਹੀਦਾ ਸੀ। ਕਾਹਲੀ ਕਰ ਗਏ ਆ ਪ੍ਰਣ ਕਰਨ ਲੱਗਿਆ, ਇਹੋ ਜਿਹੀ ਹੋਛੀ ਗੱਲ ਨਹੀਂ ਕਹਿਣੀ ਚਾਹੀਦੀ ਸੀ। ਸ਼ਾਹੋ ਸੰਗ ਕੋ ਸਕਹਿ ਬਿਗਾਰ, ਜਿਹੜਾ ਨਾਲ ਰਹਿੰਦਾ ਬਾਦਸ਼ਾਹ ਦੇ ਸਦਾ ਚੰਦੂ, ਉਹਦਾ ਭਲਾ ਕੋਈ ਕੀ ਵਿਗਾੜ ਸਕਦਾ ਹੈ। ਰਾਜ ਕਰਤ ਜਗ ਕੋਸ ਹਜ਼ਾਰ, ਹਜ਼ਾਰਾਂ ਕੋਹਾਂ ਤੇ ਬਾਦਸ਼ਾਹ ਜਹਾਂਗੀਰ ਤੇ ਇਹਦਾ ਦੀਵਾਨ ਚੰਦੂ ਰਾਜ ਕਰ ਰਿਹਾ। ਕਿੰਨਾ ਇਲਾਕਾ ਚੰਦੂ ਦੀ ਸਰਪ੍ਰਸਤੀ ਹੇਠ ਹੈ। ਅਨਗਨ ਸੈਨ ਕੋਸ ਜਿਸ ਪਾਸ, ਕਈ ਕੋਸ਼ ਖਜ਼ਾਨੇ ਆ ਜਾਂ ਕਈ ਕੋਹਾਂ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਚੰਦੂ ਦੇ ਪਾਸ ਜਿਹੜਾ ਖਜ਼ਾਨੇ ਹੈ, ਨਾਲ ਫੌਜ ਬਹੁਤ ਭਾਰੀ ਰੱਖਦਾ ਹੈ। ਭਾਵ ਜਿਹੜੀ ਹਕੂਮਤ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਟੱਕਰ ਲੈਣ ਦੀ ਗੱਲ ਕਰ ਰਹੇ ਹੈ, ਕਿੰਨੇ ਖਜ਼ਾਨੇ ਆ, ਕਿੰਨੀ ਮਾਇਆ, ਕੋਈ ਗਿਣਤੀ ਨਹੀਂ। ਹਾਥੀ, ਘੋੜੇ, ਫੌਜ, ਬੰਦੂਕਾਂ, ਤੋਪਾਂ, ਚਤਰੰਗਣੀ ਫੌਜ ਜਿਨ੍ਹਾਂ ਦੇ ਪਾਸ ਹੈ।
ਜਹ ਕਹਿ ਰਹਿਓ ਪ੍ਰਤਾਪ ਪ੍ਰਕਾਸ਼। ਤੇ ਤੁਰਕ ਹਕੂਮਤ ਦਾ ਜਿਹੜਾ ਪ੍ਰਤਾਪ ਹੈ, ਜਿੱਥੇ ਕਿਥੇ ਵੇਖੋ ਉੱਥੇ ਹੀ ਪ੍ਰਕਾਸ਼ ਹੋ ਰਿਹਾ ਹੈ। ਤਿਸ ਦੀਵਾਨ ਕੋ ਮੁਸ਼ਕਲ ਪਕੜਨ। ਔਖਾ ਹੈ, ਚੰਦੂ ਨੂੰ ਫੜਨਾ ਔਖਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਕਾਹਲੀ ਵਿੱਚ ਫੈਸਲਾ ਕਰ ਗਏ ਹਨ। ਹਮ ਇਹ ਕਰਹਿ ਵਿਚਾਰਨ ਕੋ ਮਨ। ਅਸੀਂ ਵਿਚਾਰ ਕੇ ਇਹ ਗੱਲ ਕਹਿ ਰਹੇ ਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਹੀਦਾ ਨਹੀਂ ਸੀ, ਇਹਨਾਂ ਨੇ ਕਾਹਲੀ ਕਰ ਲਈ, ਇਹ ਬਚਨ ਕਰਨ ਲੱਗਿਆਂ ਨੇ। ਕੇ ਤਿਕ ਸਿੱਖ ਕਹੈ ਫਿਰ ਤਾਹੀ। ਇਹ ਸਾਥ ਜਿਹੜੇ ਕੋਈ ਬਹੁਤੇ ਸਿਆਣੇ ਹੁੰਦੇ, ਤਰਕਾਨੀਆਂ ਕਰਨ ਵਾਲੇ, ਹੁਜਤਾਂ ਕਰਨ ਵਾਲੇ, ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਨਹੀਂ ਨਹੀਂ ਇਹ ਕੰਮ ਨਹੀਂ ਹੋ ਸਕਦਾ, ਇਸ ਤਰ੍ਹਾਂ ਕਿਵੇਂ ਹੋ ਜਾਵੇਗਾ। ਤੇ ਫਿਰ ਉੱਥੇ ਜਿਹੜੇ ਕੋਈ ਸਿੱਖ ਸ਼ਰਧਾ ਵਾਲੇ ਵੀ ਬੈਠੇ ਹੁੰਦੇ ਆ, ਕਿਉਂਕਿ ਦੋ ਪੱਖ ਸੰਸਾਰ ਤੇ ਚੱਲਦੇ ਹੀ ਚੱਲਦੇ ਆ। ਉਹ ਸਭਾ ਵਿੱਚ ਫਿਰ ਜਿੱਥੇ ਸਿੱਖ ਬੈਠੇ ਹੁੰਦੇ, ਜਿਨ੍ਹਾਂ ਨੂੰ ਅਥਾਹ ਸ਼ਰਧਾ ਪ੍ਰਭ ਭਾਵ ਹੈ, ਬਿਨ ਸਾਸ ਤੇ ਰੱਖ ਹੈ, ਜਿਨ੍ਹਾਂ ਨੂੰ ਇਹ ਭਰੋਸਾ ਹੈ ਵੀ ਗੁਰੂ ਕੁਝ ਵੀ ਕਰ ਸਕਦਾ ਹੈ। ਕਿਉਂਕਿ ਤਰਕ ਕਹਿੰਦੀ ਹੈ ਵੀ ਇਹ ਕੰਮ ਹੋਣਾ ਔਖਾ ਹੈ, ਸ਼ਰਧਾ ਕਹਿੰਦੀ ਹੈ ਵੀ ਉਹ ਗੁਰੂ ਹੀ ਕਾਹਦਾ ਜਿਹੜਾ ਮੂੰਹ ਕੱਢਿਆ ਕਾਰਜ ਪੂਰਾ ਨਾ ਕਰ ਸਕੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਹਾਮੀ ਸਿੱਖ ਆ, ਜਿਨ੍ਹਾਂ ਨੂੰ ਸ਼ਰਧਾ ਬੜੀ ਹੈ, ਉਹ ਫਿਰ ਇਸ ਤਰ੍ਹਾਂ ਕਹਿਣ ਲੱਗ ਪੈਂਦੇ ਹਨ। ਸਕਲ ਸ਼ਕਤ ਹੈ ਸਤਿਗੁਰ ਮਾਹੇ। ਕਹਿੰਦੇ ਕੋਈ ਗੱਲ ਨਹੀਂ, ਪਰ ਸਾਨੂੰ ਪਤਾ ਹੈ ਤੁਸੀਂ ਜਿਵੇਂ ਮਰਜ਼ੀ ਆਖੀ ਜਾਓ, ਤੁਹਾਨੂੰ ਸ਼ਰਧਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ। ਵਾਸਤਵ ਵਿੱਚ ਗੱਲ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਮੇਸ਼ਰ ਹਨ ਤੇ ਸਾਰੀਆਂ ਸ਼ਕਤੀਆਂ ਉਹਨਾਂ ਦੇ ਤਾਬਿਆਂ ਨੇ। ਰਹਿ ਰੰਕ ਕੋ ਰਾਉ ਵਿਸ਼ਾਲ। ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁਣ ਤਾਂ ਰਾਜੇ ਜਿਹੜਾ ਰੰਕ ਹੈ ਗਲੀਆਂ 'ਚ ਰੁਲਦਾ ਫਿਰਦਾ ਹੈ, ਉਹ ਰਾਜੇ ਜਿਹੜੇ ਰੰਕ ਨੂੰ, ਕੰਗਾਲ ਨੂੰ ਹਰਗੋਬਿੰਦ ਸਾਹਿਬ ਜੀ ਥਾਪੜਾ ਦੇ ਕੇ ਤੇ ਰਾਜਾ ਬਣਾ ਸਕਦੇ ਹੈ। ਰਾਉ ਰੰਕ ਤਤ ਛਿਨ ਬਚ ਨਾਲ। ਤੇ ਜਿਹੜੇ ਕੋਈ ਰਾਜੇ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਬਚਨ ਦੇ ਨਾਲ ਦਰ ਮੰਗਣ ਭਿੱਖ ਨਾ ਪਾਏਂਦਾ, ਗਲੀਆਂ 'ਚ ਮੰਗਦੇ ਫਿਰਦੇ ਆ ਤੇ ਭੀਖ ਨਹੀਂ ਦਿੰਦਾ ਕੋਈ। ਰਾਜੇ ਨੂੰ ਕੰਗਾਲ ਬਣਾ ਸਕਦੇ ਆ ਤੇ ਗਲੀਆਂ 'ਚੋਂ ਕੱਚ ਚੁਗਦੇ ਫਿਰਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਾ ਬਣਾ ਸਕਦੇ ਹਨ। ਰਾਉ ਰੰਕ ਤਤ ਛਿਨ ਬਚ ਨਾਲ। ਵੀ ਉਹਨਾਂ ਦੇ ਬਚਨਾਂ ਦਾ ਇੰਨਾ ਬਾਲਾ ਹੈ, ਚਾਹੁਣ ਤੇ ਰਾਜੇ ਨੂੰ ਕੰਗਾਲ ਤੇ ਕੰਗਾਲ ਨੂੰ ਰਾਜਾ ਬਣਾ ਦੇਵਣ। ਅਨਥਨ ਕੋ ਤਤਕਾਲ ਬਣਾਵੈ। ਤੇ ਅਨਬਨ ਕੋ, ਇਸ ਤਰ੍ਹਾਂ ਅਣਬਣ ਜਿਹੜੀ ਨਹੀਂ ਵੀ ਬਣਨ ਵਾਲੀ ਗੱਲ ਨਾ, ਨਹੀਂ ਵੀ ਹੋਣ ਵਾਲਾ ਕੰਮ, ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁਣ ਤੇ ਉਸੇ ਸਮੇਂ ਹੀ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਤੋ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਇਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁਣ ਤੇ ਸਮੁੰਦਰ ਦੀ ਥਾਂ ਤੇ ਮਾਰੂਥਲ ਬਣਾ ਦੇਣ, ਜਿੱਥੇ ਮਾਰੂਥਲ ਹੈ ਉੱਥੇ ਸਮੁੰਦਰ ਬਣਾ ਦੇਣ। ਧਰਤੀ ਤੋਂ ਚੁੱਕ ਕੇ ਆਕਾਸ਼ ਤੇ ਚੜਾ ਸਕਦੇ, ਚੜ੍ਹੇ ਆਕਾਸ਼ ਗਿਰਾਵੈ ਤੇ ਆਕਾਸ਼ 'ਚ ਚੜ੍ਹਿਆ ਹੋਇਆਂ ਨੂੰ ਧਰਤੀ ਤੇ ਡੇਗ ਸਕਦੇ। ਨਾਰੀ ਤੇ ਜੋ ਪੁਰਖ ਕਰਾਵੈ, ਇਸਤਰੀ ਤੋਂ ਪੁਰਖ ਬਣਾ ਦੇਣ, ਪੁਰਖਣ ਤੇ ਜੋ ਨਾਰੀ, ਪੁਰਖ ਤੋਂ ਨਾਰੀ ਬਣਾ ਦੇਣ। ਖਲ ਮੂਰਖ ਤੇ ਪੰਡਿਤ ਕਰਬੋ, ਮੂਰਖਾਂ ਨੂੰ ਵਿਦਵਾਨ ਬਣਾ ਦੇਣ। ਪੰਡਿਤ ਤੇ ਮੁਗਧਾਰੀ, ਤੇ ਪੰਡਤਾਂ ਨੂੰ ਮੁਗਧਾਰੀ ਕਹੀਏ ਮੂਰਖ ਬਣਾ ਦੇਣ। ਤੋ ਇਹੋ ਜਿਹੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਚਾਹੁਣ ਨਾ ਹੋਣ ਵਾਲੇ ਕਾਰਜ ਇੱਕ ਛਿਣ ਵਿੱਚ ਕਰ ਸਕਦੇ ਆ। ਬਣੀ ਬਾਤ ਕੋ ਬਹੁ ਬਿਗੜਾਵੈ। ਤੇ ਬਣੀ ਬਣਾਈ ਗੱਲ ਨੂੰ ਸੱਚੇ ਪਾਤਸ਼ਾਹ ਜੀ ਵਿਗਾੜ ਸਕਦੇ, ਵਿਗੜੀ ਗੱਲ ਬਣਾ ਦੇਣ, ਚਾਹੁਣ ਤੇ ਬਣੀ ਗੱਲ ਵਿਗਾੜ ਸਕਦੇ ਹਨ। ਅਜਮਤ ਨਹਿ ਜਾਵਤ ਅਜਮਤ ਨਹਿ ਬਿਦਤਾਏ। ਪਰ ਗੱਲ ਇਹ ਹੈ ਵੀ ਜਦੋਂ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਕਤੀ ਨਹੀਂ ਵਿਖਾ ਰਹੇ, ਆਪਦੀ ਸ਼ਕਤੀ ਬਲ ਕਿੰਨਾ ਉਹ ਪ੍ਰਗਟ ਨਹੀਂ ਕਰ ਰਹੇ ਹਨ, ਤਾਵਤ ਨਰ ਸਮਕ੍ਰਿਤੀ ਕਰਾਏ। ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਖਰੇ ਆਮ ਮਨੁੱਖਾਂ ਵਾਂਗੂ ਕ੍ਰਿਤ ਕਰ ਰਹੇ ਹੈ, ਵੀ ਜਿਵੇਂ ਆਮ ਮਨੁੱਖ ਕਰਦੇ ਹੈ ਉਵੇਂ ਗੁਰੂ ਕਰੀ ਜਾਂਦੇ ਹੈ, ਆਮ ਮਨੁੱਖਾਂ ਵਰਗੇ ਹੀ ਹੈ। ਗੱਲ ਇਹ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾਮਾਤ ਨਹੀਂ ਵਿਖਾਉਂਦੇ, ਤਾਂ ਕਰਕੇ ਲੱਗਦਾ ਹੈ ਵੀ ਸੱਚੇ ਪਾਤਸ਼ਾਹ ਖਰੇ ਆਮ ਮਨੁੱਖਾਂ ਵਰਗੇ ਹੀ ਹੈ ਤੇ ਕਿਰਤ ਕਰਦੇ ਹੈ, ਜਿਵੇਂ ਕਿਰਿਆ ਦੂਜੇ ਮਨੁੱਖ ਕਰਦੇ ਉਵੇਂ ਗੁਰੂ ਕਰ ਰਹੇ ਹਨ। ਕਰਾ ਮਾਤਰ ਰੋਕਣ ਮਤ ਘਣੋ। ਕਿਉਂਕਿ ਕਰਾਮਾਤ ਨੂੰ ਰੋਕਿਆ ਹੋਇਆ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ। ਇਸ ਘਰ ਦੇ ਵਿੱਚ ਕਰਾਮਾਤ ਨੂੰ ਰੋਕਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਘਰ ਕਰਾਮਾਤ ਵਿਖਾਉਣ ਨੂੰ ਕੋਈ ਵੱਡੀ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਣ ਕਹੇ ਆਵਤ ਲਾਜਾ।
ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਤਾਂ ਨਾਟਕ ਚੇਟਕ ਜਿਹੜੇ ਇਹ ਲੱਗਦੇ ਆ ਕਰਾਮਾਤ, ਤੇ ਇਹ ਕਰਾਮਾਤ ਵਿਖਾਉਣੀ ਤਾਂ ਕੀ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਵੀ ਅਸੀਂ ਐਂ ਕਰ ਦਿਆਂਗੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਇਹ ਕਰਾਮਾਤ ਨਹੀਂ ਵਿਖਾਉਂਦੇ ਹਨ। ਜਬਰ ਚਾਹੈ ਨਿਜ ਪ੍ਰਣ ਨਿਰਬਾਹਨ, ਨਿਤ ਵਿਵਹਾਰ ਕਰੈ ਨਰ ਨਮੋ, ਨਿਤਾ ਪ੍ਰਤੀ ਵਿਵਹਾਰ ਕਰਦੇ ਐ ਸੱਚੇ ਪਾਤਸ਼ਾਹ ਮਹਾਰਾਜ ਜੀ। ਤੇ ਕਿੰਨੇ ਜਿਹੜੇ ਵੈ ਜੀਵ ਨਰ ਮਨੋ ਜਿਵੇਂ ਆਮ ਲੋਕ ਰਹਿ ਰਹੇ ਐ ਉਸੇ ਤਰ੍ਹਾਂ ਦੀ ਕਿਰਤ ਗੁਰੂ ਸਾਹਿਬ ਕਰ ਰਹੇ, ਕਿਉਂਕਿ ਕਰਾਮਾਤ ਵਿਖਾਉਣਾ ਇਹਨਾਂ ਦੇ ਘਰ ਦਾ ਸਿਧਾਂਤ ਨਹੀਂ ਹੈ। ਜਬ ਚਾਹੈ ਨਿਜ ਪ੍ਰਣ ਨਿਰਬਾਹਨ, ਜੇ ਚਾਹਣ ਜਦੋਂ ਚਾਹਣ ਆਪ ਦਾ ਪ੍ਰਣ ਪੂਰਾ ਕਰ ਸਕਦੇ। ਮਹਾਰਾਜ ਨੂੰ ਕਿਹਨੇ ਰੋਕਣਾ? ਪਰਮੇਸ਼ਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਜਦੋਂ ਚਾਹਣ ਆਪ ਦਾ ਪ੍ਰਣ ਪੂਰਾ ਕਰ ਸਕਦੇ ਆ। ਵੀ ਚੰਦੂ ਦੇ ਨੱਕ 'ਚ ਨੱਥ ਪਾਉਣੀ ਮਹਾਰਾਜ ਵਾਸਤੇ ਕਿਹੜੀ ਵੱਡੀ ਗੱਲ ਹੈ। ਚੰਦੂ ਦੇ ਨੱਕ 'ਚ ਜਦੇ ਮਰਜ਼ੀ ਨੱਥ ਪਾ ਦੇਣ, ਜਦੋਂ ਚਾਹਿਆ ਮਹਾਰਾਜ ਦਾ ਮਨ ਹੋਇਆ ਮਹਾਰਾਜ ਨੇ ਇੱਕ ਛਿਣ ਵਿੱਚ ਹੀ ਆਪ ਦਾ ਪ੍ਰਣ ਪੂਰਾ ਕਰ ਦੇਣਾ। ਤੁਸੀਂ ਕਹਿ ਰਹੇ ਹੋ ਵੀ ਇਹ ਨਹੀਂ ਹੋ ਸਕਦਾ, ਇਹ ਮਹਾਰਾਜ ਵਾਸਤੇ ਇੱਕ ਛਿਣ ਦੀ ਨਿਮਕ ਸਮੇਂ ਦੀ ਗੱਲਬਾਤ ਹੈ। ਭਾਵਤ ਕਰਹਿ ਰੁਕਹਿ ਕਿਮ ਨਾਹਿਨ, ਜਦੋਂ ਮਹਾਰਾਜ ਨੂੰ ਭਾ ਗਿਆ ਨਾ, ਤੇ ਜੇ ਮਹਾਰਾਜ ਕਰਨ ਤੇ ਆ ਗਏ, ਚੰਦੂ ਦੇ ਨੱਕ 'ਚ ਨੱਥ ਪਾਉਣ ਤੇ ਆ ਗਏ, ਸੰਸਾਰ ਦੀ ਕੋਈ ਤਾਕਤ ਨਹੀਂ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਰੋਕ ਸਕੇਗੀ। ਛਟਮ ਗੁਰੂ ਸ਼੍ਰੀ ਨਾਨਕ ਰੂਪ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦਾ ਰੂਪ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਸਨਗੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਦਾ 6ਵਾਂ ਸਰੂਪ। ਅਜਾਨ ਬਾਹੋ ਬੰਦੀ ਛੋੜ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਨਗੇ। ਜਿਨ ਕੇ ਸੁੰਦਰ ਚਰਿਤ ਅਨੂਪ, ਜਿਸ ਪਾਤਸ਼ਾਹ ਮਹਾਰਾਜ ਦੇ ਸੁੰਦਰ ਕੌਤਕ ਹੈ ਉਪਮਾ ਨਹੀਂ ਕੀਤੀ ਜਾ ਸਕਦੀ ਕਦੇ। ਜਿਸ ਗੁਰ ਅਰਜਨ ਕੇ ਗਨ ਦਾਸ, ਜਿਸ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਕਿੰਨੇ ਦਾਸ ਹੈ, ਕਿੰਨੀਆਂ ਸਿੱਖ ਸੰਗਤਾਂ, ਕਰੋੜਾਂ ਸਿੱਖ ਜਿਨ੍ਹਾਂ ਨੂੰ ਪੂਜਦੇ ਹਨ। ਕਰਾਮਾਤ ਬਹ ਭਾਂਤ ਪ੍ਰਕਾਸ਼, ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਤਾਂ ਘਰ ਦੇ ਕੂਕਰਾਂ ਵਿੱਚ ਵੀ ਕਰਾਮਾਤ ਰਹੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਬਾਲਣ ਚੁੱਲ੍ਹਿਆਂ ਵਿੱਚ ਡਾਉਣ ਵਾਲੇ ਵੀ ਕਰਾਮਾਤੀ ਰਹੇ ਆ। ਭਾਈ ਮੰਝ ਵਰਗੇ ਤੋਂ ਭਾਈ ਭਗਤੂ ਵਰਗੇ ਕਿੰਨੇ ਕਿੰਨੇ ਮਹਾਨ ਪੁਰਖ ਹੋਏ। ਇਹ ਸਿੱਖ ਸਮਝਾਉਂਦੇ ਪਏ ਤਰਕੀ ਲੋਕਾਂ ਨੂੰ, ਜਿਹੜੇ ਕਹਿੰਦੇ ਨਹੀਂ ਐ ਹੋ ਸਕਦਾ। ਕਹਿੰਦੇ ਭਾਈ ਉਹ ਪੁੱਤਰ ਕਿਹਦੇ ਆ? ਗੁਰੂ ਹਰਗੋਬਿੰਦ ਸਾਹਿਬ ਜੀ, ਉਸ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਹੈ, ਜਿਨ੍ਹਾਂ ਦੇ ਘਰ ਦੇ ਨੌਕਰਾਂ ਦੇ ਵਿੱਚ ਵੀ ਕਰਾਮਾਤ ਰਹੀ ਹੈ, ਨਿੱਕੇ ਨਿੱਕੇ ਬੱਚਿਆਂ ਵਿੱਚ ਕਰਾਮਾਤ ਰਹੀ ਹੈ, ਵੱਡੇ ਵੱਡੇ ਬ੍ਰਹਮ ਗਿਆਨੀ ਪੈਦਾ ਕੀਤੇ ਹੋਏ ਜਿਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਸਾਰੇ ਸਿੱਖਾਂ ਵਿੱਚ ਕਰਾਮਾਤ ਕਿਸੇ ਤੋਂ ਭੁੱਲੀ ਨਹੀਂ ਹੋਈ ਹੈ। ਤਿਸ ਗੁਰੂ ਅਪਰ ਨਰਨ ਸਮ ਪ੍ਰਾਨਾ, ਤੇ ਵੇਖ ਲਓ ਵੀ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਹੋ ਜਿਹਾ ਕੌਤਕ ਰਚਿਆ। ਜਿਵੇਂ ਆਮ ਮਨੁੱਖ ਤਸੀਹੇ ਸਹਿ ਲੈਂਦੇ ਕਿਸੇ ਦੀ ਕੈਦ ਵਿੱਚ, ਜਾਂ ਆਮ ਮਨੁੱਖ ਜਿਵੇਂ ਸਰੀਰ ਛੱਡਦੇ ਹਨ। ਰਿਪ ਘਰ ਤਜ ਬੈਕੁੰਠ ਪਿਆਨਾ, ਤੇ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ, ਪਰ ਇਹਨਾਂ ਨੇ ਦੁਸ਼ਮਣ ਦੇ ਘਰ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਤਸੀਹੇ ਜਰਦਿਆਂ ਸਹਿੰਦਿਆਂ ਹੋਇਆਂ ਅਸਹਿ ਤਸੀਹਾਂ ਨੂੰ ਸ਼ਹੀਦੀ ਪ੍ਰਾਪਤ ਕੀਤੀ ਚੰਦੂ ਦੀ ਹਵੇਲੀ ਲਾਹੌਰ ਵਿੱਚ। ਤਿਨ ਕੋ ਸੁਤ ਤਿਨ ਕੇ ਸਮ ਅਹੈ, ਜਿਵੇਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਕਰਾਮਾਤ ਨਹੀਂ ਵਿਖਾਈ, ਤਸੀਹੇ ਸਹਿ ਲਏ, ਇਸੇ ਤਰ੍ਹਾਂ ਇਹ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਸਾਹਿਬ ਦੇ ਹੈ, ਸਾਹਿਬਜ਼ਾਦੇ ਹਨ। ਇਹਨਾਂ ਦਾ ਸੁਭਾਅ ਵੀ ਉਸੇ ਤਰ੍ਹਾਂ ਵੀ ਕਰਾਮਾਤ ਨੂੰ ਛੁਪਾ ਕੇ ਰੱਖਦੇ ਹਨ। ਜੋਤ ਸਭਨ ਗੁਰ ਏਕੋ ਰਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਸਰੂਪਾਂ ਛੇਵੇਂ ਜਾਮੇ ਇਹਨਾਂ ਤੀਕਰ ਜੋਤ ਇੱਕੋ ਹੀ ਹੈ, ਉਹ ਪਰਮੇਸ਼ਰ ਅਕਾਲ ਪੁਰਖ। ਹਮਰੇ ਤੁਮਰੇ ਦੇਖਤ ਕਰੈ, ਬਾਕੀ ਜੇ ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕਾਹਲੀ ਕਰ ਗਏ ਆ, ਨਹੀਂ ਗੱਲ ਬਣਨੀ। ਇਹ ਚੰਦੂ ਵੱਡਾ ਤਗੜਾ ਬਹੁਤ ਹੈ, ਇੱਥੇ ਤੁਸੀਂ ਤੇ ਇੱਥੇ ਅਸੀਂ, ਤੁਹਾਡੇ ਤੇ ਸਾਡੇ ਵੇਖਦਿਆਂ ਹੀ ਮਹਾਰਾਜ ਜੀ ਉਹ ਕਰਨਗੇ ਜੋ ਉਹਨਾਂ ਨੇ ਬਚਨ ਕੀਤਾ ਹੈ। ਬੱਠ ਦੁਖ ਦੇ ਵੱਡ ਦੁਖ ਦੇ ਰਿਪ ਪ੍ਰਾਨਨ ਹਰੈ, ਵੱਡੇ ਦੁੱਖ ਦੇ ਕੇ ਚੰਦੂ ਦੇ ਨੱਕ 'ਚ ਨੱਥ ਪਾ ਕੇ ਤੇ ਕੁੱਤਿਆਂ ਦੇ ਨਾਲ ਬਹਾ ਕੇ ਮਹਾਰਾਜ ਨੂੰ ਖਾਣਾ ਖਵਾਉਣਗੇ। ਕੁੱਤਿਆਂ ਦੇ ਭਾਂਡੇ 'ਚ ਚੰਦੂ ਨੂੰ ਰੋਟੀ ਮਹਾਰਾਜ ਜੀ ਛਕਾਉਣਗੇ। ਤੋ ਗਰੀਬ ਨਵਾਜ਼ ਜਿਨ੍ਹਾਂ ਨੇ ਜਿਹੜਾ ਪਰਨ ਕੀਤਾ ਹੈ, ਇੱਥੇ ਤੁਸੀਂ ਤੇ ਇੱਥੇ ਅਸੀਂ, ਸੰਸਾਰ ਵੇਖੇਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੂਰਬੀਰ ਬਚਨ ਕੇ ਬਲੀ, ਜਿਹੜਾ ਬਚਨ ਕੀਤਾ ਪੂਰਾ ਕਰਨਗੇ। ਸਾਨੂੰ ਪੂਰਾ ਭਰੋਸਾ ਹੈ ਭਾਈ, ਅਸੀਂ ਮਹਾਰਾਜ ਤੇ ਸ਼ੰਕਾ ਨਹੀਂ ਕਰਾਂਗੇ। ਹਮਕੋ ਨਿਸ਼ਚੈ ਇਹੋ ਵਿਸ਼ਵਾਸ, ਸਾਨੂੰ ਪੂਰਨ ਭਰੋਸਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਮੇਸ਼ਰ ਹਨ,
ਜੋ ਆਖਿਆ ਉਹ ਪੂਰਾ ਕਰਨਗੇ। ਚੰਦੂ ਹਤ ਹੈ ਸ਼ਾਹੋ ਕੇ ਪਾਸ, ਬਾਦਸ਼ਾਹ ਦੇ ਸਾਹਮਣੇ ਚੰਦੂ ਨੂੰ ਖਿੱਚਣਗੇ, ਚੰਦੂ ਦੇ ਨੱਕ 'ਚ ਨੱਥ ਪਾ ਕੇ ਧੂਣਗੇ ਤੇ ਚੰਦੂ ਦਾ ਫਾਹਾ ਵੱਢਣਗੇ, ਮਾਰ ਮਕਾਉਣਗੇ। ਇਸ ਸਿੱਖ ਮਿਲ ਕਰ ਵਰਨ ਬਚਨ ਉਚਾਰੈ। ਇਸ ਤਰ੍ਹਾਂ ਸਿੱਖ ਆਪਸ ਵਿੱਚ ਮਿਲ ਕੇ ਦੇ ਬਚਨ ਉਚਾਰਦੇ ਹੈ ਇੱਕ ਦੂਜੇ ਨੂੰ। ਕੋਈ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ, ਕੋਈ ਸਿੱਖ ਕਹਿੰਦੇ ਹੋ ਕਿਉਂ ਨਹੀਂ ਸਕਦਾ। ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਪਰਮੇਸ਼ਰ ਹੈ, ਜਿਹੜਾ ਬਚਨ ਉਹਨਾਂ ਨੇ ਕੀਤਾ ਪੂਰਾ ਕਰਨਗੇ। ਤੋ ਆਪਸ ਵਿੱਚ ਸਿੱਖ ਇਸ ਤਰ੍ਹਾਂ ਵਿਚਾਰ ਕਰਦੇ। ਦਿੱਲੀ ਦੀਆਂ ਸੰਗਤਾਂ, ਹੋਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਸ ਵਿੱਚ ਬਚਨ ਵਿਲਾਸ ਕਰਦੀਆਂ ਹਨ। ਔਰ ਸ਼ਰਧਾ ਧਰ ਕੋਏ ਨ ਧਾਰੈ। ਕਈਆਂ ਦੇ ਮਨ ਵਿੱਚ ਪੂਰਨ ਸ਼ਰਧਾ ਹੈ ਗੁਰੂ ਹਰਗੋਬਿੰਦ ਸਾਹਿਬ ਤੇ ਕਈ ਜਿਹੜੇ ਨਾਂ ਦੇ ਸਿੱਖ ਹੈ ਜਿਨ੍ਹਾਂ ਨੂੰ ਮਹਾਰਾਜ ਤੇ ਕੋਈ ਸ਼ਰਧਾ ਨਹੀਂ ਹੈ। ਬਿਥਰਤ ਸੁਧ ਚੰਦੂ ਤਬ ਸੁਣੀ। ਇਹ ਜਦੋਂ ਗੱਲ ਫੈਲੀ ਕਿਉਂਕਿ ਵਿਚਾਰ ਹੁੰਦੀ ਰਹਿੰਦੀ ਆ, ਗੱਲ ਨਿਕਲਦੀ ਜਦੋਂ ਚੰਦੂ ਦੇ ਕੰਨਾਂ ਵਿੱਚ ਪਈ ਹੈ। ਬਹੁਤ ਬਿਸੂਰਤ ਮੁੰਡੀ ਧੁਨੀ। ਸਿਰ ਜਾ ਮਾਰਦਾ ਵੀ ਉਹ ਗਲਤ ਹੋ ਗਿਆ ਕਾਰਜ ਮੇਰੇ ਤੋਂ। ਵੀ ਗੁਰੂ ਹਰਗੋਬਿੰਦ ਸਾਹਿਬ ਪਰਨ ਕਰੀ ਕਿਸੇ ਨੇ ਦੱਸਿਆ ਆ ਕੇ ਵੀ ਭਾਈ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸਪੁੱਤਰ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬੜੇ ਬਲੀ ਹੈ, ਤੇ ਉਹਨਾਂ ਨੇ ਭਰੀ ਸਭਾ ਵਿੱਚ ਚੰਦੂ ਤੈਨੂੰ ਮਾਰਨ ਦਾ ਪ੍ਰਣ ਕਰ ਦਿੱਤਾ, ਕਸਮ ਖਾ ਲਈ ਹੈ। ਚੰਦੂ ਡਰ ਗਿਆ ਮਨ ਕਰਕੇ, ਤੇ ਡਰਦਾ ਹੋਇਆ ਸਿਰ ਜਾ ਬੜਾ ਮਾਰਦਾ, ਘਮਾਉਂਦਾ ਹੈ, ਮੱਥੇ ਹੱਥ ਮਾਰਦਾ ਹੈ, ਝੂਰਦਾ ਹੈ। ਗੁਰ ਸਤ ਭਇਓ ਮਹਿਦ ਬਲਵਾਨਾ। ਆ ਕੇ ਦੱਸਿਆ ਕਿਸੇ ਨੇ ਵੀ ਚੰਦੂ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਹਿਬਜ਼ਾਦੇ ਬੜੇ ਬਲ ਵਾਲੇ ਹੈ। ਉਹਨਾਂ ਦੇ ਵਰਗਾ ਕੱਦ ਕਾਠ, ਡੀਲ ਡੌਲ ਸਰੀਰ ਤੇ ਮਹਾਬਲੀ ਯੋਧਾ ਸਾਰੇ ਸੰਸਾਰ ਵਿੱਚ ਨਹੀਂ ਕੋਈ ਜੰਮਿਆ ਹੈ। ਤੁਵਹਤ ਨੇਹਿਤ ਪ੍ਰਣੈ ਬਖਾਨਾ। ਤੇ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਪ੍ਰਣ ਕਰ ਲਿਆ ਵੀ ਅਸੀਂ ਚੰਦੂ ਦੇ ਨੱਕ 'ਚ ਨੱਥ ਪਾਉਣੀ ਹੈ। ਬਹੁਤ ਸਪਤ ਖਾਈ ਸੁਣ ਕਰਕੇ। ਹਾਂ, ਸੁਣ ਕੇ ਪਿਤਾ ਜੀ ਦੀ ਸ਼ਹੀਦੀ ਆਪਦੀ ਵੀ ਤੇਰੇ ਘਰ ਵਿੱਚ ਸ਼ਹੀਦੀ ਤੇਰੇ ਤਸੀਹੇ ਦਿੱਤਿਆਂ ਮਹਾਰਾਜ ਸ਼ਹੀਦ ਹੋਏ ਹੈ। ਤੋ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਬੜੇ ਪ੍ਰਣ ਕਰ ਲਏ ਹੈ, ਬੜੀਆਂ ਕਸਮਾਂ ਖਾ ਲਈਆਂ ਤੈਨੂੰ ਮਕਾਉਣ ਦੀਆਂ। ਹਤਹਾਂ ਕੁਮਿਤਰ ਛਤਰ ਕੋ ਧਰ ਕੈ। ਹਤਹਾਂ ਕੁਮ੍ਰਿਤ ਖੋਟੀ ਮੌਤ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਖਿਆ ਸੀ ਇਹਨੂੰ ਖੋਟੀ ਮੌਤ ਮਾਰਨਾ, ਵੀ ਧੂ ਕੇ ਕੁੱਤਿਆਂ ਵਾਲੀ ਹਾਲਤ ਕਰਕੇ ਚੰਦੂ ਨੂੰ ਮਾਰਾਂਗੇ, ਇਹੋ ਜਿਹਾ ਦਾ ਹਾਲ ਕਰਾਂਗੇ। ਕੇਤਕ ਬਰਖ ਬਿਤੇ ਦੁੱਖ ਭਰੈ। ਤੋ ਇਸ ਤਰ੍ਹਾਂ ਜਿਹੜਾ ਹੈ ਚੰਦੂ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਣ ਕਰ ਲਿਆ। ਤੋ ਕੇਤਕ ਬਰਖ ਬਿਤੇ ਦੁੱਖ ਭਰੈ। ਚੰਦੂ ਡਰਦਾ ਹੈ, ਕਈ ਦੁੱਖ ਭੋਗਦਿਆਂ ਹੋਇਆਂ ਡਰਦੇ ਦੇ ਕਈ ਜਿਹੜੇ ਕੋ ਮਹੀਨੇ ਦਿਨ ਲੰਘ ਗਏ ਹਨ। ਗਿਣਤੀ ਚਿੰਤਾ ਬਹੁ ਬਿਦ ਕਰੈ। ਚੰਦੂ ਵਿਚਾਰਾ ਗਿਣਤੀਆਂ ਮਿਣਤੀਆਂ ਕਰਦਾ ਹੈ, ਕਿਉਂਕਿ ਮੌਤ ਦਾ ਡਰ ਸਾਧ ਸੰਗਤ ਜੀ ਸੋ ਡਰੇ ਜੇ ਪਾਪ ਕਮਾਉਂਦਾ। ਪਾਪੀ ਹਮੇਸ਼ਾ ਡਰਦਾ। ਤੋ ਸੱਚੇ ਪਾਤਸ਼ਾਹ ਦੀ ਜਦੋਂ ਗੱਲ ਪਤਾ ਲੱਗੀ ਵੀ ਉਹਨਾਂ ਪ੍ਰਣ ਕਰ ਲਿਆ, ਚੰਦੂ ਡਰਦਾ ਹੈ, ਗਿਣਤੀਆਂ ਮਿਣਤੀਆਂ ਕਰਦਾ, ਬੜੀ ਚਿੰਤਾ ਵਿੱਚ ਪੈ ਗਿਆ ਹੈ। ਹਰ ਗੋਬਿੰਦ ਕੋ ਗਹਿ ਕਰ ਕੈਸੇ। ਕਈ ਵਾਰੀ ਕਿਆਸ ਲਾਉਂਦਾ ਘਰ ਵਿੱਚ ਬੈਠਾ ਵੀ ਐ ਨਾ ਕਰਾਂ ਵੀ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਤਰ੍ਹਾਂ ਪਕੜ ਲਵਾਂ, ਕੈਦ ਕਰ ਲਵਾਂ। ਦਿਓ ਸਜਾਏ ਹਤਾਂ ਪਿਤ ਜੈਸੇ। ਮੈਂ ਸਜ਼ਾ ਦੇਵਾਂ ਗੁਰੂ ਹਰਗੋਬਿੰਦ ਸਾਹਿਬ ਨੂੰ, ਜਿਵੇਂ ਉਹਨਾਂ ਦੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਤਸੀਹੇ ਦੇ ਕੇ, ਉਸੇ ਤਰ੍ਹਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਕੇ ਤਸੀਹੇ ਦੇਵਾਂ। ਕੈ ਮਾਨੈ ਮਮ ਦੁਹਿਤਾ ਵਿਆਹ। ਤੇ ਪੁੱਛਾਂ ਇਹਨਾਂ ਨੂੰ ਵੀ ਮੇਰੀ ਧੀ ਦਾ ਰਿਸ਼ਤਾ ਮੰਨੋਗੇ ਕਿ ਨਹੀਂ, ਜਾਂ ਤਾਂ ਹਰਗੋਬਿੰਦ ਸਾਹਿਬ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਮੰਨ ਜਾਣਗੇ। ਕੈ ਡਰ ਪੈ ਹੈ ਅਬ ਉਰ ਮਾਹੇ। ਜਾਂ ਤਾਂ ਵਿਆਹ ਕਰਾ ਲੈਣਗੇ, ਮੇਰੀ ਪੁੱਤਰੀ ਦੇ ਨਾਲ ਰਿਸ਼ਤਾ ਲੈ ਲੈਣਗੇ, ਤੇ ਜਾਂ ਕੈ ਡਰ ਪੈ ਹੈ ਅਬ ਉਰ ਮਾਹੇ, ਤੇ ਜਾਂ ਫਿਰ ਮੇਰੇ ਤਸੀਹੇ ਤੇ ਮੇਰੇ ਕੈਦ ਕਰੇ ਜਾਣ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਡਰ ਕੇ ਚੁੱਪਚਾਪ ਬਹਿ ਜਾਣਗੇ, ਆਪਦੇ ਕੀਤੇ ਹੋਏ ਪ੍ਰਣ ਨੂੰ, ਖਾਧੀਆਂ ਕਸਮਾਂ ਨੂੰ ਭੁੱਲ ਜਾਣਗੇ। ਪਿਤ ਕੀ ਗਤ ਕੋ ਹਿਰਦੇ ਵਿਚਾਰ ਹੈ। ਕਿਉਂਕਿ ਜਦੋਂ ਮੈਂ ਕੈਦ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਤਸੀਹੇ ਦੇਵਾਂਗਾ, ਦਬਕਾਂਗਾ, ਝਿੜਕਾਂਗਾ ਨਾ, ਮੈਨੂੰ ਪਤਾ ਹੈ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਆਪਦੇ ਪਿਤਾ ਦੀ ਹਾਲਤ ਯਾਦ ਕਰਕੇ ਵੀ ਸਾਡੇ ਪਿਤਾ ਨੂੰ ਕਿਵੇਂ ਤਸੀਹੇ ਦਿੱਤੇ, ਚੰਦੂ ਕਿੱਡੀ ਤਾਕਤ ਵਾਲਾ ਹੈ, ਤੇ ਚੁੱਪਚਾਪ ਬਹਿ ਜਾਣਗੇ, ਸਭ ਭੁੱਲ ਜਾਵਣਗੇ। ਹੋਏ ਸੰਬੰਧ ਸਰਬ ਡਰ ਡਰ ਹੈ। ਤੇ ਜੇ ਮੇਰੀ ਪੁੱਤਰੀ ਦਾ ਰਿਸ਼ਤਾ ਮੰਨ ਗਏ ਹਰਗੋਬਿੰਦ ਸਾਹਿਬ ਜੀ, ਫਿਰ ਤਾਂ ਸਭ ਤੋਂ ਸੌਖਾ ਹੈ। ਜਦੋਂ ਰਿਸ਼ਤਾ ਹੋ ਗਿਆ ਤੇ ਮੇਰੀ ਧੀ ਇਹਦੇ ਘਰ ਵਿੱਚ ਚਲੀ ਗਈ, ਫਿਰ ਇਹਨਾਂ ਦਾ ਗੁੱਸਾ ਹੌਲੀ ਹੌਲੀ ਸ਼ਾਂਤ ਪੈ ਜਾਏਗਾ, ਕਿਉਂਕਿ ਰਿਸ਼ਤੇਦਾਰੀ ਬਣ ਜਾਵੇਗੀ।
ਰਿਸ਼ਤੇਦਾਰੀ ਬਣਨ ਦੇ ਨਾਲ ਸਾਰੇ ਡਰ ਮੇਰੇ ਲਹਿ ਜਾਣਗੇ ਤੇ ਹਰਗੋਬਿੰਦ ਸਾਹਿਬ ਜੀ ਮੇਰੇ ਵੱਸ ਵਿੱਚ ਆ ਜਾਵਣਗੇ। ਇੱਕ ਦਿਨ ਨਿਜ ਦਾਰਾ ਕੇ ਸੰਗ। ਉਹ ਇਸ ਤਰ੍ਹਾਂ ਦੀਆਂ ਵਿਉਂਤਾਂ ਸਾਧ ਸੰਗ ਜੀ ਚੰਦੂ ਲਾਉਂਦਾ ਹੈ। ਇੱਕ ਦਿਨ ਬੈਠਾ ਹੋਇਆ ਆਪਣੀ ਘਰਵਾਲੀ ਦੇ ਪਾਸ, ਕਹਿਓ ਗੁਰੂ ਕੋ ਅਖਿਲ ਪ੍ਰਸੰਗ। ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੋ ਝਗੜਾ ਚੰਦੂ ਕਰਦਾ ਪਿਆ, ਜੋ ਇਹਦੇ ਮਨ 'ਚ ਖਿਆਲ ਸਨ, ਇਹ ਚੰਦੂ ਨੇ ਆਪਣ ਘਰਵਾਲੀ ਦੇ ਨਾਲ ਸਾਰੇ ਸਾਂਝੇ ਕੀਤੇ ਐ। ਬਹੁਤ ਸਜਾਏ ਦੇ ਰਹਿਓ ਮਨਾਏ। ਉਹਨੂੰ ਕਹਿੰਦਾ ਆਪਣੀ ਪਤਨੀ ਨੂੰ ਕਿ ਹੇ ਅਰਧਾਂਗਣੀ ਸੁਣ, ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਬੜੀ ਸਜ਼ਾ ਦਿੱਤੀ। ਰੇਤਾ ਪਾਇਆ ਸੀਸ ਵਿੱਚ, ਤਤੀ ਰੇਤ ਤੇ ਬਿਠਾਇਆ, ਤਸੀਹੇ ਦਿੱਤੇ, ਦੇਗ 'ਚ ਉਬਾਲਿਆ, ਫਿਰ ਤਤੀ ਤਵੀ ਤੇ ਵੀ ਬਿਠਾਇਆ। ਮੈਂ ਬੜੇ ਤਸੀਹੇ ਦਿੱਤੇ ਤੇ ਧੀ ਪੁੱਤਰੀ ਆਪਣੀ ਦਾ ਰਿਸ਼ਤਾ ਮਨਾਉਣ ਵਾਸਤੇ ਪੁੱਛਦਾ ਰਿਹਾ ਸੀ। ਨਹੀਂ ਵਿਆਹੋ ਸੁਤ ਮਨ ਮਹਿ ਲਿਆਏ। ਪਰ ਗੁਰੂ ਅਰਜਨ ਦੇਵ ਜੀਆਂ ਨੇ ਮੇਰੀ ਗੱਲ ਮੰਨਣੀ ਕਿ ਵਿਆਹ ਕੀ ਲੈਣਾ, ਮੇਰੇ ਆਪਣਾ ਪੁੱਤਰੀ ਆਪਣੀ ਦਾ ਰਿਸ਼ਤਾ ਲੈਣ ਵਾਸਤੇ ਗੱਲ ਹੀ ਨਹੀਂ ਮਨ 'ਤੇ ਲਿਆਏ। ਮੇਰੀ ਗੱਲ ਸੁਣ ਕੇ ਚੁੱਪ ਕਰ ਜਾਂਦੇ ਸੀ ਜਾਂ ਸਿੱਧਾ ਜਵਾਬ ਦੇ ਜਾਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਰਿਸ਼ਤੇ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਵਾਬ ਦੇ ਦਿੰਦੇ, ਬੜੇ ਤਸੀਹੇ ਦਿੱਤੇ ਮੈਂ ਮਨਾਉਣ ਵਾਸਤੇ, ਪਰ ਮੇਰੀ ਇੱਕ ਗੱਲ ਨਹੀਂ ਸੁਣੀ ਉਹਨਾਂ ਨੇ। ਅਬ ਤਿਹ ਸੁਤ ਪਿਤ ਬੈਰ ਸੰਭਾਰੇ। ਉਹਨਾਂ ਨੂੰ ਮੈਂ ਸ਼ਹੀਦ ਕਰ ਦਿੱਤਾ ਫਿਰ। ਤੇ ਹੁਣ ਗੁਰੂ ਅਰਜਨ ਦੇਵ ਸਾਹਿਬ ਦੇ ਪੁੱਤਰ ਹਰਗੋਬਿੰਦ ਸਾਹਿਬ ਮੇਰੇ ਨਾਲ ਵੈਰ ਸੰਭਾਲ ਲਿਆ ਉਹਨਾਂ ਨੇ। ਉਹ ਮੇਰੇ ਤੋਂ ਬਦਲਾ ਲੈਣ ਨੂੰ ਫਿਰਦੇ ਐ। ਮੋਹ ਕਹ ਚਾਹਤ ਕਰਨ ਸੰਘਾਰੈ। ਕਸਮਾਂ ਖਾਂਦੇ ਫਿਰਦੇ, ਭਰੀ ਸਭਾ ਵਿੱਚ ਵੀ ਅਸੀਂ ਚੰਦੂ ਦੇ ਨੱਕ 'ਚ ਨੱਥ ਪਾਉਣੀ ਆ, ਮੈਨੂੰ ਮਾਰਨ ਨੂੰ ਫਿਰਦੇ ਐ। ਭਾਗਹੀਨ ਦੁਹਿਤਾ ਅਸ ਭਈ। ਤੋ ਫਿਰ ਨਾਲੇ ਝੁਰਦਾ ਕਹਿੰਦਾ, ਸੱਚ ਜਾਣੇ ਤਾਂ ਭਾਗਵਾਨ ਆਪਣੇ ਘਰ ਵਿੱਚ ਖੋਟੇ ਭਾਗਾਂ ਵਾਲੀ ਜਿਹੜੀ ਹੈ ਕੁਲੱਛਣੀ ਕਹਿ ਲਓ, ਇਹ ਧੀ ਪੈਦਾ ਹੋ ਗਈ ਹੈ। ਅਖਿਲ ਜਾਤ ਮਹਿ ਮਮ ਪਤ ਗਈ। ਜਿਹਦਾ ਇਹੋ ਜਿਹਾ ਝਗੜਾ ਸ਼ੁਰੂ ਹੋਇਆ, ਵੱਡੇ ਵੱਡੇ ਪਾਪ ਮੈਂ ਕੀਤੇ ਤੇ ਸਾਰਿਆਂ ਦੇ ਵਿੱਚ ਮੇਰੀ ਇੱਜ਼ਤ ਰੁਲ ਗਈ ਹੈ, ਮੇਰੇ ਪੱਲੇ ਕੱਖ ਨਹੀਂ ਰਹਿ ਗਿਆ ਹੈ। ਇਤਨੇ ਯਤਨ ਕਰੇ ਬਹੁ ਤੇਰਾ। ਫਿਰ ਮੈਂ ਕਿੰਨੀ ਵਾਰ ਕਿੰਨੇ ਯਤਨ ਕੀਤੇ ਹਨ, ਵਿਆਹੋ ਨਾ ਬਣਿਓ ਕਤਹਾਉ ਕਿ ਇਸ ਕੇਰਾ। ਕਿਸੇ ਤਰ੍ਹਾਂ ਵੀ ਇਹਦਾ ਵਿਆਹ ਨਹੀਂ ਬਣਿਆ। ਵੀ ਹੋ ਜਾਵੇ ਵਿਆਹ ਹਰਗੋਬਿੰਦ ਸਾਹਿਬ ਨਾਲ, ਨਾ ਬਣਿਆ ਤੇ ਹੋਰ ਕੋਈ ਇਹਦਾ ਰਿਸ਼ਤਾ ਨਹੀਂ ਲੈਂਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਜੋ ਰਿਸ਼ਤੇ ਦੀ ਜਵਾਬ ਦੀ ਗੱਲ ਸਾਰੇ ਜਾਣਦੇ ਹੈ, ਮਹਾਰਾਜ ਦਾ ਸਤਿਕਾਰ ਸਾਰੇ ਕਰਦੇ। ਕਹਿੰਦੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਖੂਹ ਦੀ ਮੋਰੀ ਦੱਸਦਾ ਹੈ ਤੇ ਮਾੜੇ ਮੋਟੇ ਨੂੰ ਕੀ ਲਈ ਬੈਠਾ। ਤੋ ਚੰਦੂ ਝੁਰਦਾ ਹੈ ਵੀ ਇਹਦਾ ਰਿਸ਼ਤਾ ਹੁਣ ਵਿਆਹ ਬੂਹੋਂ ਉੱਠਦੀ ਨਹੀਂ, ਕਾਰਜ ਪੂਰਾ ਸਫਲ ਨਹੀਂ ਹੁੰਦਾ, ਪਾਪ ਬੜੇ ਕੀਤੇ ਹੈ, ਪਰ ਫਿਰ ਵੀ ਕਿਸੇ ਤਰ੍ਹਾਂ ਦਾ ਵਿਆਹ ਦਾ ਸੁੱਖ ਨਹੀਂ ਵੇਖਣ ਨੂੰ ਮਿਲਿਆ ਹੈ। ਸੁਣਤ ਭਾਰ ਜਾਣੇ ਸਮਝਾਵਾ। ਤੋ ਮਾਈਆਂ ਸਿਆਣੀਆਂ ਹੁੰਦੀਆਂ, ਇਹਦੀ ਫਿਰ ਪਤਨੀ ਨੇ ਚੰਦੂ ਨੂੰ ਸਮਝਾਉਣਾ ਕੀਤਾ ਹੈ। ਪ੍ਰਥਮ ਕੁਵਾਕ ਆਪ ਤੈਂ ਗਾਵਾ। ਉਹ ਕਹਿੰਦੀ ਹੈ ਵੀ ਸੱਚ ਜਾਣੋ ਤਾਂ ਪਤੀ ਜੀ ਝਗੜੇ ਦੀ ਜੜ ਧੀ ਨਹੀਂ, ਝਗੜੇ ਦੀ ਜੜ ਤਾਂ ਤੁਸੀਂ ਹੋ। ਸਾਰਿਆਂ ਤੋਂ ਪਹਿਲਾਂ ਤਾਂ ਬੱਕੜਵਾਦ ਤੁਸੀਂ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨੂੰ ਕੀ ਲੋੜ ਸੀ ਖੂਹ ਦੀ ਮੋਰੀ ਕਹਿਣ ਦੀ ਤੇ ਆਪ ਚਬਾਰਾ ਬਣ ਕੇ ਬਹਿਣ ਦੀ। ਸਾਰਿਆਂ ਤੋਂ ਪਹਿਲਾਂ ਤਾਂ ਮੂੰਹ ਦੇ ਵਿੱਚੋਂ ਜਿਹੜਾ ਬੱਕੜਵਾਦ ਤੁਸਾਂ ਨੇ ਆਪ ਹੀ ਕੀਤਾ ਹੈ। ਤਿਸ ਤੇ ਵਧਿਓ ਵਿਰੋਧ ਵਿਸਾਲਾ। ਉਸ ਗੱਲ ਕਰਕੇ ਸਾਰਾ ਝਗੜਾ ਵਧਿਆ, ਨੇ ਤਾਂ ਮਹਾਰਾਜ ਨੇ ਤਾਂ ਰਿਸ਼ਤਾ ਪ੍ਰਵਾਨ ਕਰ ਹੀ ਲਿਆ ਸੀ। ਉਸ ਗੱਲ ਤੋਂ ਇਹੋ ਜਿਹੀ ਚੰਗਾਰੀ ਅੱਗ ਲੱਗੀ ਹੈ। ਸਿੱਖ ਕੀ ਸੁਤਾ ਨੂੰ ਖਾ ਕੇ ਅਕਾਲਾ। ਤੇ ਫਿਰ ਇਹੋ ਜਿਹੀ ਅੱਗ ਲੱਗੀ, ਆਪਣੇ ਘਰ ਨੂੰ ਵੀ ਅੱਗ ਪਈ ਜਿਹੜੀ ਤੁਸੀਂ ਬਾਲੀ। ਸਿੱਖ ਦੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਦੀ ਧੀ ਸੀ ਜਿਹੜੀ ਆਪਣੇ ਪੁੱਤ ਦੀ ਪਤਨੀ, ਤੁਹਾਡੀ ਮੇਰੀ ਨੂੰਹ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੁਸੀਂ ਸ਼ਹੀਦ ਕੀਤਾ ਤੇ ਆਪਣਾ ਵੀ ਘਰ ਬਹਿ ਗਿਆ। ਆਪਣੀ ਨੂੰਹ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਿਜੋਗ ਵਿੱਚ ਪ੍ਰਾਣ ਤਿਆਗ ਦਿੱਤੇ ਸਨ। ਸੁਣ ਤਿਸ ਤੇ ਜਗਤ ਗੁਰੂ ਤਿਨ ਮਾਨ ਬਡੇਰਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਗੁਰੂ ਆ, ਸੱਚੇ ਪਾਤਸ਼ਾਹ ਜੀ, ਤੇ ਗਰੀਬ ਨਵਾਜ ਦਾ ਮਾਣ ਵਡੇਰਾ, ਬਹੁਤ ਮਾਣ ਹੈ, ਸਤਿਕਾਰ ਕਰਦੇ ਆ ਸਿੱਖ ਸੰਗਤਾਂ। ਤੁਸੀਂ ਉਹਨੂੰ ਸ਼ਹੀਦ ਕੀਤਾ। ਉਹਨਾਂ ਦੇ ਸਿੱਖ ਦੀ ਧੀ ਆਪਣੇ ਘਰ ਸੀ ਤੇ ਉਹਨੇ ਜਾਨ ਦੇ ਦਿੱਤੀ, ਉਹਨੇ ਪ੍ਰਾਣ ਤਿਆਗ ਦਿੱਤੇ ਸਨ। ਤੁਹਾਡੀ ਲਾਈ ਹੋਈ ਅੱਗ ਦਾ ਸੇਕ ਆਪਣੇ ਘਰ ਵੀ ਪਿਆ ਹੈ। ਨਹੀਂ ਸਹਾਰ ਸਕੇ ਬਚ ਤੇਰਾ। ਉਹ ਸਿੱਖ ਮਾਣ ਕਰਦੇ ਆ ਮਹਾਰਾਜ ਦਾ, ਤੁਸੀਂ ਜੋ ਕੁਝ ਬੋਲਿਆ ਸਿੱਖ ਉਹ ਜਿਹੜਾ ਬਚਨ ਸਹਾਰ ਨਹੀਂ ਸਕੇ। ਜਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਸਿੱਖਾਂ ਦਾ ਸਤਿਕਾਰ ਕਰਦੇ, ਸਿੱਖਾਂ ਦੀ ਲਿਖੀ ਹੋਈ ਚਿੱਠੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਸਾਰਾ ਸੰਸਾਰ ਕਰਦਾ ਹੈ।
ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਖੂਹ ਦੀ ਮੋਰੀ ਦੱਸਿਆ, ਆਪ ਚਬਾਰਾ ਬਣੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਣ ਕੇ ਸਹਾਰ ਨਹੀਂ ਸਕੇ, ਉਹਨਾਂ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਸੀ। ਅਬ ਭੀ ਤਿਸ ਕੋ ਪੁੱਤਰ ਬਿਲੰਦ, ਪਰ ਹੁਣ ਵੀ ਉਹਨਾਂ ਦਾ ਪੁੱਤਰ ਨੌਜਵਾਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪੁੱਤਰ ਨੌਜਵਾਨ ਤੇ ਬੜੇ ਬਲੀ ਯੋਧੇ ਸੂਰਮੇ ਹਨ। ਸੁਣਿਓ ਨਾਮ ਸ਼੍ਰੀ ਹਰਗੋਬਿੰਦ, ਸੁਣਿਆ ਵੀ ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿ ਕੇ ਪ੍ਰਗਟ ਪ੍ਰਤੱਖ ਸੰਸਾਰ ਅੰਦਰ। ਕਰਹੁ ਸੰਤ ਜੈਸੇ ਬਨ ਆਵੈ, ਤੇ ਮੇਰੀ ਸਲਾਹ ਮੰਨੋ ਤੇ ਪਤੀ ਜੀ ਹੁਣ ਵੀ ਕੁਝ ਨਹੀਂ ਵਿਗੜਿਆ, ਇੱਕ ਵਾਰੀ ਹੋਰ ਰਿਸ਼ਤਾ ਭੇਜੋ ਕਿਸੇ ਨਾ ਕਿਸੇ ਤਰ੍ਹਾਂ, ਜਿਵੇਂ ਵੀ ਬਣ ਆਉਂਦੀ ਹੈ ਵਿੱਚ ਕੋਈ ਪਾਓ ਕਿਸੇ ਨੂੰ, ਤੋ ਕਹਿ ਕਵਾ ਕੇ ਫੇਰ ਤੁਸੀਂ ਰਿਸ਼ਤੇਦਾਰੀ ਬਣਾ ਲਓ, ਗੰਢ ਲਵੋ ਜੀ। ਮਨ ਵਿਆਹ ਸਦਨ ਲੈ ਜਾਵੈ, ਜੇ ਵਿਆਹ ਮੰਨ ਜਾਣ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਆਪਣੀ ਧੀ ਨੂੰ ਵਿਆਹ ਕੇ ਆਪਣੇ ਘਰ ਲੈ ਜਾਵਣ ਤਾਂ ਬਿਨੈ ਕਰਹਾ ਭੇਜੋ ਕਰ ਜੋਰ, ਸਾਰਾ ਵੈਰ ਮਿਟ ਜਾਵੇਗਾ, ਸਾਰਾ ਜਿਹੜਾ ਕਲੇਸ਼ ਮਿਟ ਜਾਵੇਗਾ। ਤੁਸੀਂ ਕਿਸੇ ਸਿਆਣੇ ਚੰਗੇ ਜਿਹੜੇ ਕੋਈ ਰਸੂਖਦਾਰ ਮਨੁੱਖ ਹੈ ਇੱਥੇ ਰਾਜੇ ਦੇ ਦਰਬਾਰ 'ਚ, ਉਹਨਾਂ ਨੂੰ ਭੇਜੋ ਖਾਂ, ਉਹਨਾਂ ਨੂੰ ਭੇਜੋ ਤੇ ਕਿਸੇ ਤਰ੍ਹਾਂ ਜਾ ਕੇ ਕੋਈ ਮਿੰਨਤਾਂ ਤਰਲੇ ਕਰ ਲੈਣ, ਕੋਈ ਮਹਾਰਾਜ ਦੇ ਤਰਲੇ ਮਿੰਨਤ ਕਰਕੇ ਵੀ ਜੇ ਕੰਮ ਬਣ ਜਾਵੇ ਤਾਂ। ਤਜਹ ਦੀਵਾਨੀ ਕੋ ਉਰ ਜੋਰ, ਤੇ ਕਹਿੰਦੀ ਪਤੀ ਤੂੰ ਵੀ ਆਪਦੇ ਮਨ ਚੋਂ ਜਿਹੜਾ ਕਿੱਲਾ ਤੇਰੀ ਧੌਣ 'ਚ ਫਸਿਆ ਨਾ ਵੀ ਮੈਂ ਦੀਵਾਨ ਆ ਬਾਦਸ਼ਾਹ ਦਾ, ਆਪਦੇ ਅਹੁਦੇ ਦਾ ਹੰਕਾਰ ਛੱਡ ਦੇ, ਤੂੰ ਵੀ ਥੋੜ੍ਹਾ ਜਿਹਾ ਝੁਕ ਜਾ। ਜੇ ਆਪਣਾ ਘਰ ਬਚਾ ਕੇ ਰੱਖਣਾ, ਜੇ ਕਲੇਸ਼ ਤੋਂ ਬਚਣਾ, ਜੇ ਧੀ ਬੂਹਾਂ ਤੋਰਨੀ ਹੈ, ਮਾਨ ਲੇਹ ਜਤਨ ਰਚੀਜੈ, ਤੋ ਮੇਰੇ ਵਚਨ ਮੰਨ ਕੇ ਤੇ ਜਿਵੇਂ ਮੈਂ ਕਿਹਾ ਇੱਕ ਵਾਰੀ ਉਵੇਂ ਕਰਕੇ ਵੇਖ। ਆਛੇ ਨਰਨ ਪਠਾਵਨ ਕੀਜੈ, ਚੰਗੇ ਸਿਆਣੇ ਬਿਆਣੇ ਚੰਗੇ ਗੱਲਬਾਤ ਜਿਹੜੇ ਕਰਨ ਵਾਲੇ ਵਕੀਲ ਹੈ, ਦਲੀਲਾਂ ਦੇਣ ਵਾਲੇ, ਉਹਨਾਂ ਨੂੰ ਮਹਾਰਾਜ ਦੇ ਘਰ ਅੰਮ੍ਰਿਤਸਰ ਭੇਜ ਕੇ ਵੇਖ ਲਵੋ ਜੀ। ਜੋ ਪ੍ਰਸੰਨ ਜਿਮ ਕਿਵ ਤਿਨ ਕਰੈ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਸੰਨ ਕਰ ਲੈਣ, ਖੁਸ਼ ਕਰ ਲੈਣ, ਜਿਸ ਤੇ ਪਿਤਾ ਬੈਰ ਕੋ ਹਰੈ, ਜਿਸ ਕਰਕੇ ਜਦੋਂ ਰਿਸ਼ਤਾ ਮੰਨ ਗਏ, ਵਿਆਹ ਹੋ ਗਿਆ, ਆਪਣੀ ਪੁੱਤਰੀ ਨਾਲ ਜਵਾਈ ਬਣ ਜਾਣਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੈਰ ਵੀ ਭੁੱਲ ਜਾਣਗੇ ਪਿਤਾ ਦਾ। ਨਤ ਤੁਰਕੇਸ਼ਰ ਕੋ ਵਿਸ਼ਵਾਸ, ਨਹੀਂ ਤਾਂ ਹੈ ਮੇਰੇ ਪਤੀ, ਕਿਉਂਕਿ ਬੁੱਧ ਚੌਗਣੀ ਨਾਰਮ ਹੈ, ਇਹ ਨੀਤੀ ਕਹਿੰਦੀ ਹੈ ਇਸਤਰੀ ਦੀ ਬੁੱਧ ਮਨੁੱਖ ਤੋਂ 4 ਗੁਣਾ ਵੱਧ ਹੁੰਦੀ ਹੈ। ਤੋ ਇਹ ਫਿਰ ਸਮਝਾਉਂਦੀ ਹੈ ਵੀ ਪਤੀ ਜਿਸ ਬਾਦਸ਼ਾਹ ਦੇ ਕਿੱਲੇ ਤੇ ਤੂੰ ਤਿੰਗੜਦਾ ਹੈ, ਇਹ ਤੁਰਕ ਆ, ਤੇ ਹਿੰਦੂਆਂ ਨਾਲ ਤੁਹਾਨੂੰ ਵੀ ਪਤਾ ਕਿੰਨੀ ਈਰਖਾ ਕਰਦੇ ਆ ਤੁਰਕ ਲੋਕ। ਬੇਸ਼ੱਕ ਤੂੰ ਦੀਵਾਨ ਹੈ ਇਹ ਬਾਦਸ਼ਾਹ ਜਹਾਂਗੀਰ ਦਾ, ਪਰ ਤੁਰਕ ਹੈ, ਗੈਰ ਹਿੰਦੂ ਹੈ, ਮੁਸਲਮਾਨ ਹੈ, ਤੇ ਇਹਦਾ ਕੀ ਭਰੋਸਾ ਕਰਨਾ। ਇਹ ਸਮਝਾਉਂਦੀ ਚੰਦੂ ਨੂੰ ਵੀ ਇਹ ਜਿਹੜਾ ਬਾਦਸ਼ਾਹ ਦਾ ਤੂੰ ਕੀ ਭਰੋਸਾ ਕਰਨਾ ਹੈ। ਕਹਾਂ ਕਰਤ ਹੈ ਤਜ ਉਰ ਆਸ, ਇਹਦੀ ਆਸ ਮਨੋਂ ਛੱਡ ਦੇ, ਇਹਦਾ ਕੀ ਪਤਾ ਇਹਨੇ ਕੀ ਕਰਨਾ, ਕੱਲ ਨੂੰ ਉਹਦਾ ਹੁਕਮ ਚੱਲਦਾ ਤੇ ਕੱਲ ਨੂੰ ਤੈਨੂੰ ਫੜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦੇ। ਇਹ ਮਾਈ ਦੇ ਵਚਨ ਸੱਚ ਹੋਏ ਸੀ ਜਦੋਂ ਫਿਰ, ਕਿਉਂਕਿ ਰਾਜੇ ਲੋਕ ਇਹੋ ਜਿਹੇ ਹੁੰਦੇ ਨਾ, ਉਹ ਪਹਿਲਾਂ ਕਹਿ ਕਵਾ ਕੇ ਕੰਮ ਕਰਾ ਦਿੰਦੇ ਆ। ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ ਤੇ ਚੰਦੂ ਨੂੰ ਥਾਪੜਾ ਦੇ ਗਿਆ ਸੀ, ਤੂੰ ਕਰ ਮੈਂ ਤੇਰੇ ਨਾਲ ਆ, ਤੇ ਹਕੂਮਤ ਸੀ ਉਹਦੀ, ਉਹ ਸ਼ਹੀਦ ਕਰ ਦਿੱਤਾ ਚੰਦੂ ਨੇ। ਚੰਦੂ ਵੀ ਬਰਾਬਰ ਦਾ ਭਾਗੀਦਾਰ ਤੇ ਕੋਈ ਦੁੱਧ ਧੋਤਾ ਜਹਾਂਗੀਰ ਬਾਦਸ਼ਾਹ ਵੀ ਨਹੀਂ ਸੀ। ਪਰ ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਪ੍ਰਸੰਗ ਆਵੇਗਾ, ਮਹਾਰਾਜ ਨੇ ਮਾਲਾ ਖੜਕਾਈ ਜਾ ਕੇ ਜਹਾਂਗੀਰ ਦੇ ਦਰਬਾਰ ਵਿੱਚ, ਚਿੱਟੀ ਮੋਤੀ ਖੜਕਾਇਆ ਤੇ ਬਾਦਸ਼ਾਹ ਕਹਿੰਦਾ ਮਹਾਰਾਜ ਇਹ ਬੜਾ ਸੁੰਦਰ ਮੋਤੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੋਤੀ ਦੀ ਗੱਲ ਕਰਦਾ ਹੈ ਬਾਦਸ਼ਾਹ, ਇਹ ਮੋਤੀਆਂ ਦੀ ਭਰੀ ਭਰਿਆਈ ਮਾਲਾ ਚੰਦੂ ਦੇ ਕੋਲ ਆ। ਤੋ ਬਾਦਸ਼ਾਹ ਸ਼ੰਕੇ 'ਚ ਪਿਆ, ਕਹਿੰਦਾ ਮਹਾਰਾਜ ਚੰਦੂ ਕੋਲ ਮਾਲਾ ਕਿੱਥੋਂ ਆਈ। ਤੋ ਗਰੀਬ ਨਵਾਜ ਕਹਿੰਦੇ ਜਦੋਂ ਸ਼ਹੀਦ ਹੋਏ ਸਾਡੇ ਪਿਤਾ ਦੇ ਗਲ ਵਿੱਚ ਸੁੱਚੇ ਮੋਤੀਆਂ ਦਾ ਹਾਰ ਸੀ, ਉਹਦਾ ਇੱਕ ਮੋਤੀ ਹੈ, ਮਾਲਾ ਚੰਦੂ ਦੇ ਕੋਲ ਹੈ, ਸੱਚੀ ਚੰਦੂ ਦੇ ਕੋਲੋਂ ਮਾਲਾ ਨਿਕਲੀ। ਤੋ ਮਹਾਰਾਜ ਨੇ ਝੂਠਾ ਕਰ ਦਿੱਤਾ ਜਹਾਂਗੀਰ ਦੀ ਕਚਹਿਰੀ ਵਿੱਚ ਚੰਦੂ ਨੂੰ। ਹੈ ਜਹਾਂਗੀਰ ਵੀ ਝੂਠਾ ਸੀ, ਪਰ ਉਹ ਆਪਦਾ ਪੱਲਾ ਛਡਾਉਣ ਵਾਸਤੇ ਕਹਿੰਦਾ ਮਹਾਰਾਜ ਲੈ ਜਾਓ ਚੰਦੂ ਨੂੰ, ਮਹਾਰਾਜ ਦੇ ਹਵਾਲੇ ਕਰ ਦਿੱਤਾ। ਇਹ ਮਾਈ ਉਹ ਸਮਝਾਉਂਦੀ ਹੈ ਕਿ ਬਾਦਸ਼ਾਹ ਤੁਰਕ ਹੈ, ਹਿੰਦੂਆਂ ਦੇ ਸੰਬੰਧ ਜਾਂ ਹਿੰਦੂਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਇਹਦਾ ਕੀ ਪਤਾ ਕਦੋਂ ਬਦਲ ਜਾਵੇ, ਕਿਉਂਕਿ ਬਾਦਸ਼ਾਹ ਲੋਕ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੁੰਦੀ ਹੈ,
ਪਤੀ ਜੀ ਜਰਾ ਅਕਲ ਨੂੰ ਹੱਥ ਮਾਰੋ, ਗੁਰੂ ਘਰ ਨਾਲ ਪਾਇਆ ਹੋਇਆ ਵੈਰ ਆਪਾਂ ਨੂੰ ਲੈ ਡੁੱਬੇਗਾ। ਪਠਾ ਬਿਨੈ ਪਨ ਸੁਤਾ ਸਗਾਈ। ਤੇ ਨੀਵਾਂ ਹੋ ਕੇ ਤੁਸੀਂ ਇੱਕ ਵਾਰੀ ਆਪਣੇ ਕੋਈ ਚੰਗੇ ਬੰਦੇ ਭੇਜੋ ਆਪਣੀ ਪੁੱਤਰੀ ਦੀ ਸਗਾਈ ਵਾਸਤੇ ਅੰਮ੍ਰਿਤਸਰ ਸਾਹਿਬ। ਸੁਣ ਤ੍ਰਿਅਤੇ ਚੰਦੂ ਚਿਤ ਆਈ। ਚੰਦੂ ਨੂੰ ਬੜੀ ਚੰਗੀ ਗੱਲ ਲੱਗੀ ਆਪਣੀ ਪਤਨੀ ਦੀ, ਆਛੀ ਕਹਿ ਕਰਨ ਇਮ ਬਨੈ। ਵੀ ਜ਼ਰੂਰ ਇਉਂ ਕਰਨਾ ਚਾਹੀਦਾ ਹੈ ਜਿਵੇਂ ਇਸਨੇ ਆਖਿਆ ਹੈ। ਜੀ ਅਬ ਵਿਆਹੋ ਕਰਨ ਮਨ ਮਨੈ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮੰਨ ਜਾਣ ਵਿਆਹ ਕਰਨ ਵਾਸਤੇ, ਇਕ ਤਾਂ ਸੁਤਾ ਪਾਏ ਪਤ ਭਾਰੀ। ਇੱਕ ਤਾਂ ਮੇਰੀ ਪੁੱਤਰੀ ਨੂੰ ਬੜਾ ਮਹਾਨ ਯੋਧਾ ਮਹਾਬਲੀ ਪਤੀ ਮਿਲ ਜਾਵੇਗਾ, ਮੇਰੀ ਵੀ ਧਿਰ ਮਜ਼ਬੂਤ ਹੋ ਜਾਵੇਗੀ। ਮਿਟਹਿ ਦੋਸ ਜੋ ਰਹਿਣ ਕੁਮਾਰੀ। ਤੇ ਦੂਜਾ ਜਿਹੜਾ ਕੁਵਾਰੀ ਰਹਿਣ ਦਾ ਇਹਦਾ ਦੋਸ਼ ਲੱਗਿਆ ਹੋਇਆ ਉਹ ਵੀ ਮਿਟ ਜਾਵੇਗਾ, ਧੀ ਬੂਹਿਓਂ ਉੱਠ ਜਾਵੇਗੀ। ਦੁਤੀਏ ਮਾਰਨ ਹੇਤ ਉਪਾਏ। ਤੇ ਦੂਜਾ ਜਿਹੜਾ ਕੋ ਮਾਰਨ ਦੇ ਵਾਸਤੇ ਕੋ ਉਪਾਅ ਕਰਨਾ ਹੈ। ਬਾਹਰ ਨ ਕਰਹਿ ਤਰਾਸ ਮਿਟ ਜਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਕਰਨਗੇ, ਮੈਨੂੰ ਮਾਰਨ ਦਾ ਉਦਮ ਨਹੀਂ ਕਰਨਗੇ, ਕਿਉਂਕਿ ਮੈਂ ਉਹਨਾਂ ਦੀ ਪਤਨੀ ਦਾ ਬਾਪ ਲੱਗਾਂਗਾ ਫਿਰ, ਤੇ ਉਹ ਰੋਕ ਦਿਆ ਕਰੇਗੀ ਮੇਰੀ ਧੀ। ਤੋ ਹਰਗੋਬਿੰਦ ਸਾਹਿਬ ਜੀ ਰੁਕ ਜਾਣਗੇ, ਫਿਰ ਇਸ ਤਰ੍ਹਾਂ ਬੰਧਨ ਪਾ ਲਈਏ, ਆਪਦੇ ਮਨ ਵਿੱਚੋਂ ਵੈਰ ਭੁਲਾ ਦੇਵਣਗੇ। ਘਰ ਤੇ ਨਿਕਸ ਸਭਾ ਮਹਿ ਆਇਓ। ਤੋ ਸਭਾ ਚ ਆਇਆ ਆਪਣੇ ਘਰੋਂ ਨਿਕਲ ਕੇ ਚੰਦੂ, ਪਤਨੀ ਦੀ ਗੱਲ ਮੰਨ ਕੇ ਰਿਸ਼ਤਾ ਭੇਜਣ ਵਾਸਤੇ ਆਪਣੀ ਸਭਾ ਵਿੱਚ ਜਾ ਪਹੁੰਚਿਆ ਹੈ। ਗੁਰ ਦਿਸ ਚਿੰਤਾ ਮਹਿ ਚਿਤ ਲਿਆਇਓ। ਇਹਦਾ ਮਨ ਬੜਾ ਚਿੰਤਾ ਵਿੱਚ ਹੈ, ਗੁਰੂ ਵਾਲੇ ਪਾਸਿਓਂ ਇਹਨੂੰ ਬੜੀ ਚਿੰਤਾ ਹੋ ਰਹੀ ਹੈ। ਜੁਗ ਆਛੇ ਨਰ ਕੀਨ ਸਤਿਆਰੂ। ਇਹਨੇ ਇੱਕ ਵਕੀਲ ਤੇ ਇੱਕ ਜਿਹੜਾ ਕੋਈ ਲਾਗੀ ਜਾਂ ਬ੍ਰਾਹਮਣ, ਦੋ ਚੰਗੇ ਚਲਾਕ ਚੁਸਤ ਤੇਜ ਤਰਾਰ ਬੰਦੇ ਤਿਆਰ ਕੀਤੇ ਹੈ। ਲਿਖੀ ਪਤ੍ਰਿਕਾ ਬਹੁ ਵਿਸਤਾਰੂ। ਤੇ ਬੜਾ ਵਿਸਥਾਰ ਕਰਕੇ ਨਾ ਚੰਦੂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਤਰ ਲਿਖ ਕੇ ਭੇਜਿਆ ਇਹਨਾਂ ਦੋ ਬੰਦਿਆਂ ਦੇ ਹੱਥ। ਬੈਰ ਅਕਾਰਣ ਪਿਤਾ ਤੁਮਾਰੇ। ਤੇ ਉਹ ਆਦਤ ਸਾਧ ਸੰਗੀ ਰਸਾ ਚੱਬਣ ਦੀ ਕਿੱਥੇ ਹਟਦੀ ਆ। ਹੰਕਾਰ ਜਿਹੜਾ ਨਾ, ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਹਉਮੈ ਦੀਰਘ ਰੋਗ ਹੈ। ਹੰਕਾਰ ਜਿਹੜਾ ਨਾ, ਜੇ ਕਾਮ ਕ੍ਰੋਧ ਲੋਭ ਮੋਹ ਇਹ ਤਾਂ ਪਿੱਛਾ ਛੱਡ ਜਾਂਦੇ ਆ, ਪਰ ਹੰਕਾਰ ਜਿਹੜਾ ਛੇਤੀ ਖਹਿੜਾ ਨਹੀਂ ਛੱਡਦਾ ਮਨ ਦਾ। ਉਹ ਚਾਹੇ ਘਰਵਾਲੀ ਨੇ ਸਮਝਾ ਕੇ ਵੀ ਭੇਜਿਆ ਚੰਦੂ ਨੂੰ, ਪਰ ਜਦੋਂ ਚਿੱਠੀ ਲਿਖਣ ਲੱਗੇ ਤੇ ਫਿਰ ਚੰਦੂ ਕਹਿੰਦਾ ਲਿਖੋ, ਮੈਂ ਚਿੱਠੀ ਲਿਖਾਉਣਾ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਦੇਣਾ ਜਾ ਕੇ। ਕਹਿੰਦਾ ਚਿੱਠੀ ਲਿਖੋ। ਚਿੱਠੀ ਲਿਖਣ ਲੱਗੇ, ਕਹਿੰਦੇ ਲਿਖੋ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਅਖੇ ਤੁਹਾਡੇ ਪਿਤਾ ਜੀ ਤਾਂ ਐਵੇਂ ਆਕਾਰ ਨਹੀਂ ਮੇਰੇ ਨਾਲ ਵੈਰ ਕਰ ਬੈਠੇ ਸਨ। ਮੋਹ ਸਨ ਬਾਂਧਿਓ ਕਿਸਾਹ ਉਚਾਰੇ। ਤੇ ਮੇਰੇ ਜਿਹੜਾ ਮੋਹ ਸਨ ਬਾਂਧਿਓ, ਵੀ ਇਸ ਤਰ੍ਹਾਂ ਜਿਹੜਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਪਿਤਾ ਜੀ ਆਕਾਰ ਨਹੀਂ ਮੇਰੇ ਨਾਲ ਜਿਹੜਾ ਵੈਰ ਉਹ ਬਣਾ ਲਿਆ। ਤੇ ਇਸ ਤਰ੍ਹਾਂ ਦਾ ਕੋਈ ਕੋਲੋਂ ਹੀ ਗੱਲਾਂ ਬਣਾ ਕੇ ਸਿੱਖਾਂ ਨੇ ਫੁੱਟ ਪਾ ਦਿੱਤੀ ਸੀ। ਇਹ ਜੇ ਰੰਕ ਸਿੱਖ ਤੁਮ ਟਿਗ ਆਵੈ। ਕਿਉਂਕਿ ਜਿਹੜੇ ਆ ਨੰਗ ਮਲੰਗ ਸਿੱਖ ਜਿਹੜੇ ਆ ਗਰੀਬ ਗੁਰੂਬੇ, ਇਹ ਤੁਹਾਡੇ ਘਰ ਵਿੱਚ ਆਉਂਦੇ ਆ, ਤੁਹਾਡੇ ਕੋਲ ਵੀ ਆਉਂਦੇ, ਪਹਿਲਾਂ ਤੁਹਾਡੇ ਪਿਤਾ ਕੋਲ ਵੀ ਆਉਂਦੇ ਸਨ। ਕਛੂ ਬਾਤ ਤੇ ਕਛੂ ਬਣਾਵੈ। ਗੱਲ ਕੋਈ ਹੁੰਦੀ ਆ ਤੇ ਵਧਾ ਚੜਾ ਕੇ ਅੱਗੋਂ ਗੱਲਾਂ ਸੁਣਾ ਦਿੰਦੇ ਹਨ ਵਿੱਚ ਫੁੱਟ ਪਾਉਣ ਨੂੰ। ਜਾਣਦੇ ਹੋ ਅਬ ਜਿਉਂ ਜਿਉਂ ਕੋਈ। ਤੇ ਜਿਹੜਾ ਜਿਉਂ ਕਿਉਂ ਹੋਈ ਹੋਊਗਾ, ਕੀ ਹੋਈ ਜਾਂਦਾ ਤੈਨੂੰ, ਜਿਵੇਂ ਕਿਵੇਂ ਹੋਈ ਆ ਉਹ ਜਾਣ ਦਿਓ ਵੀ ਜੋ ਕੁਝ ਹੋਇਆ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਚਲੋ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ, ਜਿਹੜਾ ਵੀ ਪਹਿਲਾਂ ਰੌਲਾ ਰੱਪਾ ਪੈ ਗਿਆ, ਝਗੜਾ ਹੋਇਆ, ਜੋ ਕੁਝ ਵੀ ਹੋ ਗਿਆ, ਮੈਂ ਤੁਹਾਨੂੰ ਕਹਿਣਾ ਵੀ ਆਪ ਸਿੱਖਾਂ ਮਗਰ ਨਾ ਲੱਗੋ, ਜੋ ਕੁਝ ਹੋਇਆ ਉਹ ਜਾਣ ਦਿਓ ਜੀ। ਭਾਵੀ ਮੇਟ ਸਕਹਿ ਨਹਿ ਕੋਈ। ਕਿਉਂਕਿ ਜਿਹੜਾ ਕੁਝ ਹੋਣਾ ਹੁੰਦਾ ਉਹ ਕੋਈ ਮੇਟ ਨਹੀਂ ਸਕਦਾ, ਜੋ ਹੋਣਾ ਹੈ ਉਹ ਹੋ ਕੇ ਰਹਿੰਦਾ ਹੈ। ਕ੍ਰੋਧ ਬਸੀ ਕਿਆ ਹੋਏ ਕਿਆ ਨ ਕਰੰਤਾ। ਤੇ ਜਦੋਂ ਬੰਦਾ ਕ੍ਰੋਧ ਦੇ ਵਸ ਹੁੰਦਾ ਉਦੋਂ ਕੀ ਨਹੀਂ ਕਰਦਾ। ਵੀ ਮੈਂ ਉਦੋਂ ਗੁੱਸੇ ਵਿੱਚ ਸੀ, ਮੈਨੂੰ ਕੁੱਤਾ ਆਖਿਆ ਤੁਹਾਡੇ ਪਿਤਾ ਨੇ, ਉਹ ਗੁੱਸੇ ਦੇ ਵਿੱਚ ਹੀ ਮੈਂ ਤਸੀਹੇ ਦਿੰਦਾ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ ਸਨ। ਉਹ ਗੁੱਸੇ ਦੇ ਵਿੱਚ ਜਦੋਂ ਬੰਦਾ ਅੰਨਾ ਹੋ ਜਾਂਦਾ ਉਦੋਂ ਬੜਾ ਕੁਝ ਹੋ ਜਾਂਦਾ, ਚੰਗੇ ਮਾੜੇ ਦੀ ਪਰਖ ਨਹੀਂ ਰਹਿੰਦੀ ਹੈ। ਲੋਭੀ ਗੁਣ ਅਵਗੁਣ ਨ ਲਖੰਤਾ। ਤੇ ਬਾਕੀ ਮੇਰੇ ਮਨ ਵਿੱਚ ਕੋਈ ਲਾਲਚ ਵੀ ਸੀ, ਚਲੋ ਪੁੱਤਰੀ ਦੇ ਰਿਸ਼ਤੇ ਕਰਕੇ, ਉਹ ਲਾਲਚ ਦੇ ਕਰਕੇ ਬੰਦਾ ਗੁਣ ਤੇ ਅਵਗੁਣ ਨਹੀਂ ਵੇਖਦਾ, ਕੀ ਚੰਗਾ ਕੀ ਮਾੜਾ ਭੁੱਲ ਜਾਂਦਾ ਹੈ। ਇਹ ਮਮ ਸੁਤਾ ਕਰਹੁ ਨਿਜ ਦਾਸੀ। ਇਸ ਲਈ ਮੈਂ ਪੱਤਰਕਾ ਲਿਖਦਾ, ਚਿੱਠੀ ਲਿਖਦਾ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਬਿਨੇ ਕਰਦਾ ਹਾਂ ਇੱਕ ਵਾਰੀ ਫਿਰ ਚੰਦੂ, ਮੈਂ ਤੁਹਾਨੂੰ ਕਹਿਣਾ ਬਾਦਸ਼ਾਹ ਦਾ ਦੀਵਾਨ ਹੁੰਦਿਆਂ ਹੋਇਆਂ ਵੀ ਆਪ ਮੇਰੀ ਪੁੱਤਰੀ ਦਾ ਰਿਸ਼ਤਾ
ਕਬੂਲ ਕਰ ਲਓ, ਇਹਨੂੰ ਆਪਣੀ ਘਰ ਦੀ ਦਾਸੀ ਸੇਵਕ ਬਣਾ ਲਓ ਜੀ। ਜਸ ਜੁਤ ਵਿਆਹੋ ਲਿਜਾਵਹ ਪਾਸੀ। ਤੇ ਆਪ ਜੀ ਜਸ ਦੇ ਸਹਿਤ, ਵਡਿਆਈ ਦੇ ਸਹਿਤ ਆਪ ਜੀ ਵਿਆਹਣ ਆਓ ਤੇ ਬਰਾਤ ਲੈ ਕੇ ਸਾਡੀ ਪੁੱਤਰੀ ਨੂੰ ਵਿਆਹ ਕੇ ਆਪਣੇ ਘਰ ਲੈ ਜਾਓ ਜੀ। ਦੋਨਾਂ ਦਿਸ ਤੇ ਮਿਟਹਿ ਕਲੇਸ਼ੂ। ਜਿਹੜਾ ਵੈਰ ਆਪਣੇ ਚ ਪਿਆ ਹੋਇਆ ਦੋਵਾਂ ਤਰਫਾਂ ਤੋਂ ਮਿਟ ਜਾਵੇਗਾ। ਇਹ ਰਿਸ਼ਤਾ ਪੈਣ ਦੇ ਨਾਲ ਵੈਰ ਖਤਮ ਹੋਵੇਗਾ। ਹਮ ਤੁਮ ਸਾਕ ਆਨੰਦ ਵਿਸ਼ੇਸ਼ੂ। ਤੇ ਆਪਣਾ ਦੋਵਾਂ ਦਾ ਜਿਹੜਾ ਸਾਕ ਹੈ ਵਿਸ਼ੇਸ਼ ਆਨੰਦ ਵਾਲਾ ਹੋਵੇਗਾ। ਤੁਸੀਂ ਵੀ ਬੜੇ ਤਗੜੇ ਹੋ, ਮਾਇਆ ਤੁਹਾਡੇ ਕੋਲ, ਰਸੂਖ ਤੁਹਾਡਾ ਬਹੁਤ ਹੈ ਤੇ ਮੈਂ ਵੀ ਬਾਦਸ਼ਾਹ ਦਾ ਦੀਵਾਨ ਹਾਂ। ਦੋਵੇਂ ਹੁਣ ਪਹਿਲਾਂ ਕਹਿੰਦਾ ਸੀ ਖੂਹ ਦੀ ਮੋਰੀ, ਤੇ ਹੁਣ ਕਹਿੰਦਾ ਵਾ ਵੀ ਮਹਾਰਾਜ ਬੜੇ ਬਰਾਬਰ ਦੇ ਆਪਾਂ। ਤੇ ਆਪਣੇ ਦੋਹਾਂ ਦੇ ਜੇ ਰਿਸ਼ਤੇ ਬਣ ਜਾਣ ਤੇ ਬੜੀ ਜੈ ਜੈਕਾਰ ਹੋਵੇਗੀ, ਵਿਸ਼ੇਸ਼ ਆਨੰਦ ਪ੍ਰਾਪਤ ਹੋਵੇਗਾ। ਭਲੀ ਬਾਤ ਤਾ ਮਨ ਐਸੋ। ਇਹ ਸਾਡੀ ਭਲੀ ਗੱਲ ਹੈ, ਅਸੀਂ ਚੰਗੀ ਸਲਾਹ ਤੁਹਾਨੂੰ ਦਿੰਨੇ ਆ, ਜੇ ਮੰਨ ਜਾਓ ਤਾਂ। ਸੰਦ ਵਿਆਹ ਕਰ ਜੈਸੋ ਕੈਸੋ। ਵੀ ਜਿਵੇਂ ਕਿਵੇਂ ਤੁਸੀਂ ਸਾਡੀ ਪੁੱਤਰੀ ਨਾਲ ਵਿਆਹ ਕਰਵਾ ਕਰਕੇ ਸਾਡੇ ਨਾਲ ਰਿਸ਼ਤਾ ਗੰਢ ਲਵੋ, ਮੇਲ ਕਰ ਲਵੋ ਜੀ। ਜੇ ਕਰ ਪਿਤ ਕੋ ਬੈਰ ਸੰਭਾਰੋ। ਤੇ ਮਗਰੋਂ ਫਿਰ ਲਿਖਦਾ ਕਿ ਜੇਕਰ ਤੁਸੀਂ ਆਪਣੇ ਪਿਤਾ ਦਾ ਵੈਰ ਹੀ ਸੰਭਾਲੋਗੇ, ਵੀ ਗੁਰੂ ਅਰਜਨ ਦੇ ਪਿਤਾ ਦੀ ਮੌਤ ਦਾ ਬਦਲਾ ਲੈਣ ਨੂੰ ਫਿਰਦੇ ਹੋ, ਮੁਝ ਕੋ ਹਤ ਬੇਹੇਤ ਉਚਾਰੋ। ਤੇ ਜੇ ਇਹ ਗੱਲ ਸਭਾ ਵਿੱਚ ਫੇਰ ਤੁਸੀਂ ਆਖੋਗੇ ਮੇਰੇ ਵੀ ਮੈਂ ਚੰਦੂ ਨੂੰ ਮਾਰਨਾ, ਨੱਕ 'ਚ ਨੱਥ ਪਾਉਣੀ, ਕੁੱਤਿਆਂ ਵਾਂਗੂ ਰੋਲਣਾ ਹੈ, ਜੇ ਇਸ ਤਰ੍ਹਾਂ ਦੇ ਬਚਨ ਮੈਨੂੰ ਮਾਰਨ ਵਾਸਤੇ ਤੁਸੀਂ ਕਰਦੇ ਰਹੋਗੇ, ਤਾ ਸੁਨ ਲਿਓ ਜਥਾ ਮੈਂ ਲਹਿਓ। ਫਿਰ ਇਹ ਵੀ ਸੁਣ ਲਓ ਵੀ ਜਿਵੇਂ ਮੈਂ ਜਾਣਿਆ ਜਾਂ ਮੈਂ ਕਰਾਂਗਾ। ਤਵ ਪਿਤ ਮੋ ਕਹ ਕੂਕਰ ਕਹਿਓ। ਕਿਉਂਕਿ ਤੁਹਾਡੇ ਪਿਤਾ ਨੇ ਮੈਨੂੰ ਸਭਾ ਦੇ ਵਿੱਚ ਇੱਕ ਵਾਰੀ ਕੁੱਤਾ ਆਖਿਆ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ। ਉਹ ਤੁਸੀਂ ਸੁਣੀ ਕਥਾ, ਸਿੱਖ ਨੇ ਆਖਿਆ ਸੀ ਕਿ ਮਹਾਰਾਜ ਕੁੱਤੇ ਕਰਾੜ ਨੂੰ ਮਾਰੀ ਜਾਣ ਦੋ, ਚੁਬਾਰੇ ਨਾਲ ਟੱਕਰਾਂ, ਰਿਸ਼ਤਾ ਨਹੀਂ ਲੈਣਾ ਇਹਦਾ, ਵੱਡਾ ਹੋਵੇਗਾ ਆਪਦੇ ਘਰ ਹੋਵੇਗਾ। ਤੋ ਉਹ ਚੰਦੂ ਨੂੰ ਕਿਸੇ ਨੇ ਕਿਹਾ ਵੀ ਸਿੱਖ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੁੱਤਾ ਆਖਿਆ ਤੈਨੂੰ। ਇਹ ਗੁਰੂ ਹਰਗੋਬਿੰਦ ਸਾਹਿਬ ਮਰਨ ਚਿੱਠੀ 'ਚ ਲਿਖਦਾ ਹੈ ਵੀ ਪਾਤਸ਼ਾਹ ਜੇ ਤੁਸਾਂ ਨੇ ਰਿਸ਼ਤਾ ਨਾ ਮੰਨਿਆ ਤੇ ਮੇਰੇ ਨਾਲ ਅਜੇ ਵੀ ਵੈਰ ਕੀਤਾ, ਫਿਰ ਸੁਣੋ ਵੀ ਮੈਂ ਜਦੋਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮੈਨੂੰ ਕੁੱਤਾ ਆਖਿਆ ਸੀ, ਲੱਗਿਓ ਗੈਲ ਮੈਂ ਹਵੈ ਕੈ ਸਵਾਨ। ਤੇ ਫਿਰ ਮੈਂ ਕੁੱਤਿਆਂ ਵਾਲੀ ਕੀਤੀ ਸੀ, ਮੈਂ ਕੁੱਤਾ ਬਣ ਕੇ ਸੱਚੀ ਉਹਨਾਂ ਦੇ ਪਿੱਛੇ ਪੈ ਗਿਆ ਸਾਂ, ਮਾਰਨ ਵਾਸਤੇ, ਵੱਢਣ ਵਾਸਤੇ। ਹਟਿਓ ਤਬਹਿ ਕਰ ਪ੍ਰਾਨ ਨਹਾਨ। ਤੇ ਉਹਨਾਂ ਚਿਰ ਮੈਂ ਹਟਿਆ ਨਹੀਂ ਜਿੰਨਾ ਚਿਰ ਤੁਹਾਡੇ ਪਿਤਾ ਨੂੰ ਮੈਂ ਸ਼ਹੀਦ ਨਹੀਂ ਕਰ ਦਿੱਤਾ ਸੀ। ਨਹਿ ਆਗੇ ਮੇਰੂ ਬਲ ਜਾਣੇ। ਤੇ ਅੱਗੇ ਕੀ ਤੁਸੀਂ ਮੇਰਾ ਬਲ ਨਹੀਂ ਜਾਣਦੇ? ਗੁਰੂ ਹਰਗੋਬਿੰਦ ਸਾਹਿਬ ਹੁਣ ਦਬਕਾ ਮਾਰਦਾ ਇਹਨਾਂ ਵਿੱਚ, ਕਹਿੰਦਾ ਹੈ ਵੀ ਮਾਰੇ ਮੈਂ ਤੁਹਾਡਾ ਪਿਤਾ ਸ਼ਹੀਦ ਕੀਤਾ ਹੋਇਆ, ਜੇ ਮੇਰੇ ਨਾਲ ਵੈਰ ਕਰੋਗੇ ਤੇ ਕੀ ਤੁਹਾਨੂੰ ਮੇਰਾ ਤਾਕਤ ਨਹੀਂ ਪਤਾ? ਤੁਹਾਡੇ ਘਰ ਨਾਲ ਅੱਗੇ ਕੀ ਬੀਤੀ ਹੈ, ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਇਆ ਜੇ ਤੀਕਰ। ਤਬਹਿ ਮਰਨ ਪਾਲੇ ਪਛਾਨੇ। ਜੇ ਵੈਰ ਕੀਤਾ ਮੇਰੇ ਨਾਲ ਤੇ ਫਿਰ ਤੁਸੀਂ ਵੀ ਆਪ ਦਾ ਮਰਨਾ ਪਛਾਣ ਲਓ, ਵੀ ਤੁਹਾਡੀ ਵੀ ਮੌਤ ਲੱਗੇ ਤੁਹਾਡੇ ਪਿਤਾ ਦੇ ਵਾਂਗਰਾਂ। ਅਬ ਤਾ ਜਾਣ ਲਿਓ ਨਿਰਤਾਰੇ। ਹੁਣ ਤਾਂ ਤੁਸੀਂ ਨਿਰਣੇ ਸਹਿਤ ਚੰਗੀ ਤਰ੍ਹਾਂ ਇਹ ਜਾਣ ਹੀ ਲਿਆ ਹੋਵੇਗਾ ਤਜਹਾ ਬੈਰ ਸੁਭ ਸੰਦ ਵਿਚਾਰੇ। ਵੀ ਮੈਂ ਕਿੱਡੇ ਬਲ ਵਾਲਾ ਹਾਂ, ਤੇ ਜੇ ਜਾਣ ਲਿਆ ਤੇ ਤੁਹਾਡੀ ਭਲੀ ਇਸੇ 'ਚ ਹੈ ਵੀ ਤੁਸੀਂ ਵੈਰ ਛੱਡ ਦਿਓ ਤੇ ਮੇਰੇ ਨਾਲ ਰਿਸ਼ਤੇਦਾਰੀ ਗੰਢ ਲਵੋ ਜੀ। ਤਬਹਿ ਦੂਤ ਨਿਜ ਨਿਕਟ ਬੁਲਾਏ। ਇਹ ਚਿੱਠੀ ਲਿਖ ਕੇ ਇੱਕ ਵਕੀਲ ਤੇ ਇੱਕ ਬ੍ਰਾਹਮਣ ਚੰਗੇ ਚੁਸਤ ਚਲਾਕ, ਇਹਨੇ ਦੋ ਮਨੁੱਖ ਆਪਦੇ ਕੋਲ ਸੱਦ ਲਏ। ਚੰਦੂ ਨੇ ਚਿੱਠੀ ਲਿਖ ਕੇ ਮ੍ਰਿਦੁਲ ਨਿਠੁਰ ਬਚ ਕਹਿ ਸਮਝਾਏ। ਤੇ ਉਹਨਾਂ ਨੂੰ ਸਾਰੀ ਗੱਲਬਾਤ ਸਮਝਾ ਦਿੱਤੀ ਚੰਗੀ ਤਰ੍ਹਾਂ। ਮੋਹੇ ਪ੍ਰਤਾਪ ਸੁਨਾਵਹ ਮਹਾ। ਵੀ ਗੁਰੂ ਹਰਗੋਬਿੰਦ ਸਾਹਿਬ ਪਾਸ ਆ ਚਿੱਠੀ ਲੈ ਕੇ ਜਾਓ ਅੰਮ੍ਰਿਤਸਰ ਸਾਹਿਬ, ਤੇ ਮੇਰਾ ਪ੍ਰਤਾਪ ਪਹਿਲਾਂ ਸੁਣਾਇਆ ਜੇ ਵੀ ਇਹ ਚਿੱਠੀ ਤੁਸੀਂ ਵੇਖੋ ਕਿਹਦੀ ਆਈ ਹੈ। ਪਹਿਲਾਂ ਮੇਰਾ ਰੁਤਬਾ ਦੱਸਿਆ ਜੇ, ਮੇਰਾ ਤਾਕਤ ਬਲ ਉਹਨਾਂ ਨੂੰ ਦੱਸ ਦਿਆ ਜੇ, ਜਣਾ ਦਿਆ ਜੇ ਬੋਲ ਕੇ। ਤਰਾਸ ਤਰਹਿ ਉੱਚ ਰਹ ਤਿਮ ਤਹਾਂ। ਤੇ ਜਦੋਂ ਡਰ ਜਾ ਧਾਰ ਲੈਣ ਤੇ ਫਿਰ ਉਦੋਂ ਮੇਰੇ ਬਾਪ ਹਰਗੋਬਿੰਦ ਸਾਹਿਬ ਨੂੰ, ਕਿਉਂਕਿ ਮਹਾਰਾਜ ਦੀ ਉਮਰ ਛੋਟੀ ਆ ਨਾ 13 ਵਰਿਆਂ ਦੀ, ਤੋ ਚੰਦੂ ਕਹਿੰਦਾ ਉਮਰ ਥੋੜ੍ਹੀ ਪਹਿਲਾਂ ਡਰਾ ਦਿਆ ਜੇ ਜਾ ਕੇ ਦਬਕੇ ਮਾਰ ਕੇ, ਜਦੋਂ ਡਰ ਜਾਣਗੇ ਤੇ ਫਿਰ ਉਹ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਆਖਣਾ ਹੈ, ਜਿਉ ਕਿਉ ਨਾਤਾ ਦੇ ਕਰ ਆਵਹ। ਵੀ ਰਿਸ਼ਤਾ ਲਓ ਚੰਦੂ ਦੀ ਪੁੱਤਰੀ ਦਾ ਤੁਸੀਂ,
ਮੁੱਕਦੀ ਗੱਲ ਇਹ ਆ, ਤੁਹਾਨੂੰ ਦੋ ਨੂੰ ਮੇਰਾ ਹੁਕਮ ਹੈ ਵੀ ਜਿਵੇਂ ਕਿਵੇਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਰਿਸ਼ਤਾ ਕਰਕੇ ਆਉਣਾ ਹੈ। ਕਰਹ ਕਾਜ ਧਨ ਮੁਝ ਤੇ ਪਾਵਹ। ਜੇ ਤੁਸੀਂ ਮੇਰਾ ਇਹ ਕੰਮ ਕਰ ਦੋਗੇ, ਮੂੰਹੋਂ ਮੰਗਿਆ ਦਾਨ ਧਨ ਤੁਹਾਨੂੰ ਮੈਂ ਦੇਵਾਂਗਾ। ਸਾਹੋ ਦਿਸ਼ਾ ਤੇ ਤਰਾਸ ਦਿਖਾਵਹ। ਬਾਕੀ ਜੇ ਨਾ ਵੀ ਮੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਦਸ਼ਾਹ ਦਾ ਵੀ ਵਿੱਚ ਨਾਂ ਲੈ ਦਿਆ ਜੇ। ਬਾਦਸ਼ਾਹ ਦੇ ਵਾਲੇ ਪਾਸਿਓਂ ਵੀ ਤੁਸੀਂ ਦਬਕਾ ਮਾਰ ਦੇਣਾ ਵੀ ਬਾਦਸ਼ਾਹ ਨੇ ਵੀ ਚੰਦੂ ਦੀ ਕੁੜੀ ਪੁੱਤਰੀ ਦਾ ਰਿਸ਼ਤਾ ਲੈਣ ਵਾਸਤੇ ਤੁਹਾਨੂੰ ਆਖਿਆ ਵੀ ਲੈਣਾ ਪਵੇਗਾ, ਬਾਦਸ਼ਾਹ ਵੀ ਚੰਦੂ ਦੇ ਨਾਲ ਹੈ। ਇਸ ਤਰ੍ਹਾਂ ਇਹ ਵੀ ਮੜਾ ਜਾ ਤੁਸੀਂ ਦਬਕਾ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਵਾਲੇ ਪਾਸਿਓਂ ਵਿਖਾ ਦੇਣਾ। ਕਿਉ ਬਿਨ ਕਾਰਨ ਦਰੋਹ ਕਮਾਵਹ। ਤੇ ਨਾਲ ਕਹਿ ਦੇਣਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂ ਤੁਸੀਂ ਬਿਨਾਂ ਕੰਮ ਤੋਂ ਚੰਦੂ ਵਰਗੇ ਮਹਾਬਲੀ ਤਾਕਤਵਰ ਪੁਰਖ ਦੇ ਨਾਲ ਵੈਰ ਕਮਾ ਰਹੇ ਹੋ। ਉਕਤ ਜੁਗਤ ਕੀ ਕਰ ਚਤੁਰਾਈ। ਵੀ ਮੁੱਕਦੀ ਗੱਲ ਹੈ, ਤੁਹਾਨੂੰ ਦੋ ਨੂੰ ਮੇਰਾ ਆਦੇਸ਼ ਹੈ, ਕੋਈ ਉਗਤੀ ਜੁਗਤੀ ਦੇ ਨਾਲ ਸਕੀਮ ਲੜਾਓ, ਡਰ ਦਿਓ, ਮਿਹਨਤ ਕਰੋ, ਤਰਲਾ ਕਰੋ, ਜਿਵੇਂ ਕਿਵੇਂ ਵੀ ਚਲਾਕੀ ਵਿਖਾ ਕੇ ਕਰਹ ਮਨਾਵਣ ਸੁਤਾ ਸਗਾਈ। ਮੇਰੀ ਪੁੱਤਰੀ ਦਾ ਰਿਸ਼ਤਾ ਲੈਣਾ ਗੁਰੂ ਹਰਗੋਬਿੰਦ ਸਾਹਿਬ ਨੂੰ ਸਗਾਈ ਵਾਸਤੇ ਮਨਾ ਲਓ, ਜਿਵੇਂ ਵੀ ਤੁਹਾਥੋਂ ਹੋਇਆ, ਜਿਵੇਂ ਵੀ ਸਰੇਗਾ। ਇਤਿਆਦਿਕ ਬਹੁਤੇ ਸਮਝਾਏ। ਉਹ ਸਾਧ ਸੰਗਤ ਜੀ ਚੰਦੂ ਨੇ ਆ ਕੇ ਬੜੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਸਮਝਾ ਦਿੱਤਾ ਹੈ। ਅਪਰ ਬਹੁਤ ਨਰ ਸੰਗ ਪਠਾਏ। ਤੇ ਥੋੜਾ ਜਿਹਾ ਪ੍ਰਭਾਵ ਪਾਉਣ ਵਾਸਤੇ ਨਾ ਕੁਝ ਕੁ ਸਿਪਾਹੀ ਦੇ ਕੇ ਤੇ ਇਹਨਾਂ ਦੋਹਾਂ ਦੇ ਨਾਲ ਅੰਮ੍ਰਿਤਸਰ ਨੂੰ ਤੋਰ ਦਿੱਤੇ ਆ। ਚੱਲੇ ਬਹਿਲ ਪਰ ਹੋਇਆ ਅਸਵਾਰ। ਗੱਡਿਆਂ ਤੇ ਅਸਵਾਰ ਹੋ ਕਰਕੇ ਇਹ ਲਾਗੀ ਜਿਹੜੇ ਆ ਦੂਤ ਭੇਜੇ ਚੰਦੂ ਵੱਲੋਂ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ ਹਨ। ਕਿਤਕ ਪਿਆਂਦੇ ਗਮਣੇ ਲਾਰ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਕੁ ਜਿਹੜੇ ਆ ਪਿਆਦੇ ਵੀ ਨਾਲ ਗਏ ਆ, ਸਿਪਾਹੀ ਵੀ ਨਾਲ ਗਏ ਹਨ ਚੜ ਕਰਕੇ। ਨਿਸ ਬਿਸਰਾਮ ਮਹਿ ਦਿਵਸ ਪਿਆਨ ਹੈ। ਤੋ ਦਿਨੇ ਦਿਨੇ ਤੁਰੇ ਜਾਂਦੇ ਆ ਤੇ ਰਾਤ ਨੂੰ ਕਿਤੇ ਡੇਰਾ ਕਰਕੇ ਰੁਕ ਜਾਂਦੇ ਹਨ। ਗ੍ਰਾਮ ਨਗਰ ਉਲੰਗੇ ਬਹੁਤ ਹਨ ਹੈ। ਛੋਟੇ ਵੱਡੇ ਪਿੰਡ ਲੰਘਦੇ ਹੋਏ ਦਿੱਲੀਓਂ ਤੇ ਅੰਮ੍ਰਿਤਸਰ ਸਾਹਿਬ ਨੂੰ ਤੁਰੇ ਆ ਰਹੇ ਹਨ। ਸਤੁਦਰਵ ਸਲਿਤਾ ਹਵੈ ਕਰ ਪਾਰ। ਸਤਲੁਜ ਦਰਿਆ ਨੂੰ ਪਾਰ ਕਰਕੇ ਇਹ ਸਾਰਾ ਜਥਾ ਇਹਨਾਂ ਦਾ ਚੱਲੇ ਵਿਪਾਸਾ ਤਰ ਕੈ ਬਾਰ। ਤੇ ਫੇਰ ਸਾਧ ਸੰਗਤ ਜੀ ਜਿਹੜੀ ਵਿਪਾਸਾ ਨਦੀ ਕਹੀਏ ਬਿਆਸਾ ਹੈ, ਇਹ ਵੀ ਪਾਰ ਕਰਕੇ ਲੰਘ ਚੱਲੇ ਆ। ਪੰਥ ਸਰਬ ਉਲੰਘਿਓ ਨਿਤ ਚਾਲੇ। ਤੁਰਦਿਆਂ ਤੁਰਾਉਂਦਿਆਂ ਦਿੱਲੀਓਂ ਚੱਲਿਆ ਇਹਨਾਂ ਸਾਰਾ ਜਿਹੜਾ ਪੰਥ ਹੈ, ਭਾਵ ਰਸਤਾ ਹੈ, ਦਿੱਲੀਓਂ ਅੰਮ੍ਰਿਤਸਰ ਸਾਹਿਬ ਦਾ ਸਤਲੁਜ ਲੰਘ ਕੇ ਤੇ ਪਰਾਂ ਬਿਆਸ ਲੰਘ ਕੇ ਮਾਝੇ ਵਿੱਚ ਜਾ ਵੜੇ ਹਨ। ਵਿਖਿਓ ਸੁਧਾ ਸਰ ਨਗਰ ਵਿਸ਼ਾਲੇ। ਤੇ ਤੁਰਦੇ ਹੋਏ ਤਰਨ ਤਾਰਨ ਸਾਹਿਬ ਥਾਣੀ ਤੇ ਅੰਮ੍ਰਿਤਸਰ ਸਾਹਿਬ ਜਾ ਪਹੁੰਚੇ। ਜਾ ਇਹਨਾਂ ਨੇ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਦੇ ਦਰਸ਼ਨ ਕੀਤੇ। ਮਹਾਨ ਵੱਡਾ ਸੰਘਣੀ ਵਸੋਂ ਵਾਲਾ ਅੰਮ੍ਰਿਤਸਰ ਸਾਹਿਬ ਸ਼ਹਿਰ ਵੇਖਣਾ ਕੀਤਾ। ਇਸ ਤਰ੍ਹਾਂ ਜਦੋਂ ਫਿਰ ਸਾਧ ਸੰਗਤ ਜੀ ਇਹ ਚੰਦੂ ਦੇ ਭੇਜੇ ਹੋਏ ਦੂਤ ਅੰਮ੍ਰਿਤਸਰ ਸਾਹਿਬ ਪਹੁੰਚੇ, ਸਿੱਖਾਂ ਮਹਾਰਾਜ ਨੂੰ ਖਬਰ ਕੀਤੀ ਪਾਤਸ਼ਾਹ ਉਹ ਆ ਗਏ ਹੈ। ਚੰਦੂ ਦੇ ਦੂਤ ਫਿਰ ਭੇਜ ਦਿੱਤੇ। ਚੰਦੂ ਪਾਪੀ ਨੇ ਸਤਿਗੁਰੂ ਦਾ ਅਕਾਲ ਤਖਤ ਸਾਹਿਬ ਤੇ ਸਾਧ ਸੰਗਤ ਜੀ ਸਜੇ ਬੈਠੇ ਸਨ। ਤੋ ਸਭਾ ਵਿੱਚ ਆ ਕੇ ਜਦੋਂ ਇਹ ਵੀ ਵੇਖਿਆ ਤੇ ਹੱਕੇ ਬੱਕੇ ਰਹਿ ਗਏ ਵੀ ਇੱਥੇ ਤਾਂ ਸਿੱਖ ਹੁੰਦੇ ਸੀ, ਹੱਥ ਵਿੱਚ ਮਾਲਾਂ ਫੜੀਆਂ ਹੁੰਦੀਆਂ ਸੀ ਸਿਮਰਨ ਕਰਨ ਵਾਲੇ, ਤੇ ਹੁਣ ਜਦੋਂ ਆਏ ਆ ਅਸੀਂ ਤੇ ਇੱਥੇ ਤਾਂ ਜੈਰੈਕਾਰ ਹੋਈ ਪਈ ਆ। ਕਿਧਰੇ ਬੰਦੂਕਾਂ ਮੋਢਿਆਂ ਤੇ ਟੰਗੀਆਂ, ਤੀਰਾਂ ਦੇ ਪੱਥੇ ਲਮਕਦੇ ਆ। 6-6 ਫੁੱਟੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਗਰ ਜਵਾਨ ਗੱਭਰੂ ਸੂਰਮੇ ਖੜੇ ਆ, ਹੱਥ ਵਿੱਚ ਸ਼ਾਸਤਰ ਤਲਵਾਰਾਂ ਢਾਲਾਂ ਪਕੜੀਆਂ ਤੇ ਨਿੱਕੀਆਂ ਦਸਤਾਰਾਂ ਸਜਾਉਣ ਵਾਲੇ ਅੱਜ ਵੱਡੇ ਵੱਡੇ ਦਮਾਲੇ ਸਜਾਉਂਦੇ ਆ। ਮਹਾਰਾਜ ਸੀਸ ਤੇ ਕਲਗੀ ਲਾ ਕੇ ਬਾਦਸ਼ਾਹ ਬਣ ਕੇ ਬੈਠੇ ਆ। ਪਤਾ ਨਹੀਂ ਲੱਗਦਾ ਵੀ ਬਾਦਸ਼ਾਹ ਜਹਾਂਗੀਰ ਹੈ ਹਿੰਦੁਸਤਾਨ ਦਾ ਕਿ ਇਹਨਾਂ ਦਾ ਤਖਤ ਤਾਂ ਉਸ ਤੋਂ ਵੀ ਵੱਡਾ। ਦਰਬਾਰ ਦੀ ਸ਼ਾਨੋ ਸ਼ੌਕਤ ਵੇਖ ਕੇ ਦੂਤ ਹੈਰਾਨ ਰਹਿ ਗਏ ਸਨ। ਉਹ ਸਾਰਾ ਪ੍ਰਸੰਗ ਜਿਵੇਂ ਫਿਰ ਮਹਾਰਾਜ ਨੇ ਜਿਵੇਂ ਜਿਵੇਂ ਇਹਨਾਂ ਨੂੰ ਯਥਾ ਜਿਹੜੇ ਯੋਗ ਸੀ ਉਹ ਜਵਾਬ ਦਿੱਤੇ। ਫਿਰ ਲਲਕਾਰ ਮਾਰੀ ਮਹਾਰਾਜ ਨੇ ਚੰਦੂ ਨੂੰ ਜਾ ਕੇ ਸੁਣਾ ਦਿਓ ਸਾਡੀਆਂ ਇਹ ਬਾਤਾਂ। ਉਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂ ਸੁਣਾਂਗੇ। ਇੱਥੇ ਸਮਾਪਤੀ ਹੈ ਭਾਈ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤੁਦਰਵ ਸਲਿਤਾ ਹਵੈ ਕਰ ਪਾਰ। ਚੱਲੇ ਵਿਪਾਸਾ ਤਰ ਕੈ ਬਾਰ। ਪੰਥ ਸਰਬ ਉਲੰਘਿਓ ਨਿਤ ਚਾਲੇ। ਵਿਖਿਓ ਸੁਧਾ ਸਰ ਨਗਰ ਵਿਸਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।